ये यूपी गए जमानत जब्त, गोवा गए उत्थे बुरी तरह हारे, हिमाचल गए 67 सीटां ते जमानत जब्त। पर आम आदमी पार्टी एडे बड़े सुपने देख रही है कि कांग्रेस किते भी नहीं है। ਕਾਂਗਰਸ ਪਾਰਟੀ ਲਗਾਤਾਰ ਚੋਣਾਂ ਤੇ ਚੋਣਾਂ ਹਾਰ ਰਹੀ ਹੈਗੀ ਹੈ। 17 ਇਹੋ ਜਿਹੇ ਰਾਜ ਹੈਗੇ ਨੇ ਜਿੱਥੇ ਇਹਨਾਂ ਦਾ ਐਮਪੀ ਨਹੀਂ ਹੈਗਾ। ਅਰਵਿੰਦ ਕੇਜਰੀਵਾਲ ਦੀ ਸਟੇਟਮੈਂਟ ਹੈ ਕਿ ਅਸੀਂ ਬੀਜੇਪੀ ਦੇ ਵੋਟ ਬੈਂਕ ਵਿੱਚ ਸਨਮਾਰੀ ਕਰਤੀ। ਬੀਜੇਪੀ ਦਾ ਵੋਟ ਸ਼ੇਅਰ ਤਾਂ ਵਧਿਆ, ਉਹਨਾਂ ਦੀ ਸੀਟਾਂ ਵੀ ਵਧੀਆਂ, ਫਿਰ ਸਨਮਾਰੀ ਕਾਹਦੀ ਕਰਤੀ? ਉਹਨਾਂ ਨੂੰ 39 ਲੱਖ ਜਾਂ 40 ਲੱਖ ਵੋਟ ਪਏ। 41 ਲੱਖ ਲਈ ਕਿੰਨਾ ਜ਼ੋਰ ਲੱਗਿਆ ਤੇ ਕਿੰਨਾ ਪੈਸਾ ਲੱਗਿਆ। ਉਹਨਾਂ ਇਲਜ਼ਾਮ ਲਾਇਆ ਕਿ ਜਿਹੜੇ ਚਾਰਟਰ ਚੌਪਰ ਉਸ ਤਰੀਕੇ ਨਾਲ ਵਰਤੇ ਗਏ ਜਿਵੇਂ ਬੀਜੇਪੀ ਵਰਤਦੀ ਸੀ। 50 ਹੈਲੀਕਾਪਟਰ ਬੀਜੇਪੀ ਦੇ ਤੇ ਇੱਕ ਕੇਜਰੀਵਾਲ ਦਾ। ਕਹਿੰਦੇ ਜਿੱਥੇ ਇੱਥੇ ਕੇਜਰੀਵਾਲ ਪਿੱਛੇ ਖਾਲਿਸਤਾਨ, ਇਹਦਾ ਮਤਲਬ ਕੀ ਸਰ? ਯੋਗੀ ਆदित्यनाथ जी ਆਉਂਦੇ ਨੇ ਇੱਕ ਰੈਲੀ ਦੇ ਵਿੱਚ ਕਹਿੰਦੇ ਨੇ ਕਿ ਇੱਕ ਦਿੱਲੀ ਸੇ ਨया ਨਮੂਨਾ ਆਇਆ ਹੈ आतंकवाद का हितैषी। ਦਿੱਲੀ ਤੋਂ ਕੌਣ ਆਇਆ? ਇੱਕ ਨਾਮਚੀਨ ਨੈਸ਼ਨਲ ਟੀਵੀ ਦੇ ਸਟੂਡੀਓ ਦੇ ਵਿੱਚ ਆਪਣੇ ਪਗੜੀਧਾਰੀ ਦਿੱਲੀ ਦੇ ਸਿੱਖ नेता जो बीजेपी ਦੇ ਵੱਡੇ नेता ਨੇ, कहता ये एक बात बतानी आपको कि आपका ये जो चैनल का लोगो है ना, इसमें एक तो नीला रंग है और एक पीला रंग है। कहता ये खालिस्तानियों का रंग है। पंजाबियां नू सिखां नू खालिस्तान दे नाल जोड़ना, ਇਹਦੇ ਨਾਲ ਬਾਕੀ ਦੇ ਹਿੰਦੁਸਤਾਨ ਦੇ ਵਿੱਚ ਇਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਕੰਸੋਲੀਡੇਟ ਹੁੰਦੀਆਂ। ਧਰੂਵੀਕਰਨ ਇਹ ਹੈ। ਧਰੂਵੀਕਰਨ ਦੀ ਰਾਜਨੀਤੀ ਆਮ ਆਦਮੀ ਪਾਰਟੀ ਨਹੀਂ ਕਰਦੀ। ਸ਼ਹੀਨ ਬਾਗ ਤੇ ਇਹ ਨਹੀਂ ਬੋਲਦੇ, ਬਿਲਕਿਸ ਬਾਨੋ ਤੇ ਇਹ ਨਹੀਂ ਬੋਲਦੇ, ਬੰਦੀ ਸਿੱਖਾਂ ਤੇ ਇਹ ਨਹੀਂ ਬੋਲਦੇ। ਹੁਣ ਦੱਸੋ ਉਹਦਾ ਜਵਾਬ ਤਾਂ ਇਹ ਦੇਣਗੇ ਕਿਉਂ ਨਹੀਂ ਬੋਲਦੇ। ਮੈਂ ਪਾਰਟੀ ਦਾ ਕੋਈ ਸਪੋਕਸਪਰਸਨ ਨਹੀਂ ਹੈਗਾ। ਦੋ ਚੀਜ਼ਾਂ ਹੁੰਦੀਆਂ, ਇਹਦਾ ਵਖਰੇਵਾਂ ਕਰਨਾ ਬਹੁਤ ਜ਼ਰੂਰੀ ਹੈ। ਉਹ ਹੈਗਾ ਟੂ ਬੀ ਰਿਲੀਜੀਅਸ ਐਂਡ ਟੂ ਬੀ ਕਮਿਊਨਲ। ਇਹਨਾਂ ਦੋਹਾਂ ਚੀਜ਼ਾਂ 'ਚ ਇੱਕ ਗੁਣਾਤਮਕ ਅੰਤਰ ਹੈਗਾ। ਵੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਧਰਮ ਦੇ ਨਾਂ ਤੇ ਰਾਜਨੀਤੀ ਕਰਦੀ ਹੈ ਪਰ ਕਮਿਊਨਿਜ਼ਮ ਨਹੀਂ ਕਰਦੀ। ਤੇ ਉਹ ਮੁਸਲਮਾਨਾਂ ਦੇ ਨਾਲ ਕੋਈ ਤਫਰਕਾ ਨਹੀਂ ਕਰ ਰਹੇ ਹੈਗੇ। ਉਹਨਾਂ ਨੂੰ ਐਮਐਲਏ ਦੀ ਟਿਕਟ ਦੇ ਰਹੇ ਨੇ, ਉਹਨਾਂ ਨੂੰ ਉਹ ਮੰਤਰੀ ਬਣਾ ਰਹੇ ਨੇ। ਸਿੱਖ ਮੰਤਰੀ ਹੈ ਕਿਤੇ ਦਿੱਲੀ 'ਚ? ਸਿੱਖ ਮੰਤਰੀ ਮੇਰਾ ਖਿਆਲ ਨਹੀਂ ਹੈ। ਫਿਰ ਉਹ ਮਿਨੋਰਟੀ ਸਵਾਲ ਨਾ ਕਰੇਗੀ। ਜਸ ਟੀਵੀ ਤੇ ਦੇਖ ਰਹੇ ਹੋ, ਮੈਂ ਹਾਂ ਕੇਪੀ ਸਿੰਘ। ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਗੁਜਰਾਤ ਹਿਮਾਚਲ ਦੇ ਨਤੀਜਿਆਂ ਤੋਂ ਬਾਅਦ, ਐਮਸੀਡੀ ਦੇ ਨਤੀਜਿਆਂ ਤੋਂ ਬਾਅਦ ਇੱਕ ਵੱਖਰੀ ਹਲਚਲ ਖੜੀ ਹੋਈ ਹੈ। ਉਹ ਹਲਚਲ ਇਹ ਖੜੀ ਹੋਈ ਹੈ ਕਿ ਜਿਹੜਾ 2024 ਦਾ ਮਿਸ਼ਨ ਹੈ ਕਿ ਇਹਨਾਂ ਨਤੀਜਿਆਂ ਤੇ ਆਧਾਰਿਤ ਹੋਵੇਗਾ ਜਾਂ ਇਹੋ ਜਿਹੀਆਂ ਪੋਸੀਬਿਲਿਟੀਜ਼ ਹੋਣਗੀਆਂ। ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨੀ ਲਾਜ਼ਮੀ ਹੈਗੀ ਹੈ ਕਿ ਦੇਸ਼ ਦਾ ਮੂਡ ਹੈ ਕੀ ਹੈ। ਗੁਜਰਾਤ, ਹਿਮਾਚਲ ਤੇ ਦਿੱਲੀ ਤੋਂ ਮੂਡ ਤੈਅ ਕੀਤਾ ਜਾ ਸਕਦਾ। ਸਵਾਲ ਇਹ ਵੀ ਹੈ ਕਿਉਂਕਿ 2024 ਤੋਂ ਪਹਿਲਾਂ ਹੋਰ ਚੋਣਾਂ ਵੀ ਹੋਣੀਆਂ ਨੇ। ਇਸੇ ਸਾਰੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਬਹੁਤ ਹੀ ਸੀਨੀਅਰ ਜਰਨਲਿਸਟ ਇਸ ਵਕਤ ਸਟੂਡੀਓ ਵਿੱਚ ਮੌਜੂਦ ਨੇ, ਜਿਨ੍ਹਾਂ ਨੂੰ 2.5 ਤੋਂ 3 ਦਹਾਕੇ ਹੋ ਗਏ ਪੱਤਰਕਾਰਤਾ ਕਰਦਿਆਂ ਨੂੰ। ਹਿਮਾਚਲ, ਉੱਤਰਾਖੰਡ, ਗੁਜਰਾਤ ਦੇ ਵਿੱਚ ਜਾ ਕੇ ਉਹਨਾਂ ਨੇ ਖੁਦ ਰਿਪੋਰਟਿੰਗ ਕੀਤੀ ਹੈ। ਜੰਮੂ ਕਸ਼ਮੀਰ ਵਿੱਚ ਜਦੋਂ ਮਿਲੀਟੈਂਸੀ ਦਾ ਦੌਰ ਆ ਜਿਹੜਾ ਉਹ ਸਭ ਤੋਂ ਤੇਜ਼ ਸੀਗਾ, ਕਿਸ਼ਤਵਾੜ, ਡੋਡਾ ਦੇ ਵਿੱਚ ਉਹਨਾਂ ਨੇ ਰਿਪੋਰਟਿੰਗ ਕੀਤੀ ਹੈ ਤੇ ਕਈ ਨਿੱਜੀ ਅਖਬਾਰਾਂ ਦੇ ਵਿੱਚ ਤੇ ਤਹਿਲਕਾ ਦੇ ਵਿੱਚ ਉਹ ਕੰਮ ਕਰ ਚੁੱਕੀ ਹੈ। ਟੀਵੀ ਚੈਨਲਸ ਵਿੱਚ ਵੀ ਉਹਨਾਂ ਨੇ ਕੰਮ ਕੀਤਾ। ਉਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਗਰਾਊਂਡ ਰਿਐਲਿਟੀ ਹੈ ਕੀ ਹੈ। ਤੇ ਮੇਰੀ ਮੁਰਾਦ ਹੈ ਰਾਜੂ ਵਿਲੀਅਮ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਵੈਰੀ ਮੱਚ। ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ, ਫਸਟ ਕਲਾਸ। ਦੇਸ਼ ਦੀ ਸਿਆਸਤ ਦਾ ਹਾਲ ਠੀਕ ਹੈ? ਦੇਸ਼ ਦੀ ਸਿਆਸਤ ਗਰਮਾਈ ਹੋਈ ਹੈਗੀ ਹੈ। ਲਗਾਤਾਰ ਇੱਕ ਬੜਾ ਵੱਡਾ ਦੰਗਲ ਹੋਇਆ ਜਿਹੜਾ ਹੁਣ ਹੋਇਆ ਹੈਗਾ 22 ਦੇ ਵਿੱਚ, 23 ਦੇ ਵਿੱਚ ਫਿਰ 4 ਸੂਬਿਆਂ ਦੀ ਹੈ ਤੇ 24 ਦੇ ਵਿੱਚ ਜਨਰਲ ਇਲੈਕਸ਼ਨ ਹੈ, ਪਾਰਲੀਮੈਂਟਰੀ ਇਲੈਕਸ਼ਨ ਹੈ। ਮੈਂ ਬਿਲਕੁਲ ਸਿੱਧਾ ਪੁਆਇੰਟ ਤੇ ਆਉਣਾ। ਜਿਹੜੇ ਤੁਸੀਂ ਆਮ ਆਦਮੀ ਪਾਰਟੀ ਦੇ ਬਾਰੇ ਲਗਾਤਾਰ ਗੱਲਬਾਤ ਕਰਦੇ ਪਏ ਹੋ, ਮੇਰਾ ਸਵਾਲ ਸਿੱਧਾ, ਆਮ ਆਦਮੀ ਪਾਰਟੀ ਨੇ ਕੀ ਗੇਨ ਕੀਤਾ? ਆਮ ਆਦਮੀ ਪਾਰਟੀ ਬਾਰੇ ਮੈਂ ਇੱਕ ਛੋਟੀ ਜਿਹੀ ਵਾਜ਼ੇ ਕਰ ਦੇਵਾਂ ਗੱਲ। ਆਮ ਆਦਮੀ ਪਾਰਟੀ ਬਾਰੇ ਮੈਂ ਜ਼ਿਆਦਾ ਗੱਲ ਇਸ ਕਰਕੇ ਕਰਦਾ ਹਾਂ ਕਿਉਂਕਿ ਮੈਂ ਇਸ ਪਾਰਟੀ ਨੂੰ ਸੰਨ 2012 ਤੋਂ ਇਹਨੂੰ ਮੈਂ ਟਰੈਕ ਕਰ ਰਿਹਾ। ਉਦੋਂ ਮੈਂ ਦਿੱਲੀ ਦੇ ਵਿੱਚ ਸੀਗਾ ਇੱਕ ਮੀਡੀਆ ਅਦਾਰੇ ਦੇ ਨਾਲ, ਤੇ ਮੈਂ ਇਹਨੂੰ ਬਹੁਤ ਕਲੋਜ਼ਲੀ ਇਹਨੂੰ ਵਾਚ ਕੀਤਾ ਹੈਗਾ ਹੁਣ ਤੱਕ ਦੀ ਇਹਦੀ ਜਰਨੀ। ਔਰ ਇਹੀ ਗੱਲ ਜਿਹੜੀ ਹੈ ਦਿਲਚਸਪੀ ਮੈਨੂੰ ਗੁਜਰਾਤ ਲੈ ਕੇ ਗਈ ਵੀ ਇਹ ਉੱਥੇ ਕੀ ਕਰ ਰਹੀ ਹੈ। ਇਹ ਆਮ ਆਦਮੀ ਪਾਰਟੀ ਜਿਹੜੇ 3 ਥਾਵਾਂ ਤੇ ਚੋਣਾਂ ਹੋਈਆਂ ਹੈਗੀਆਂ, ਬਹੁਤ ਵੱਡੇ ਸਟੇਕ ਬਹੁਤ ਹਾਈ ਸੀਗੇ। ਪ੍ਰਧਾਨ ਮੰਤਰੀ ਦਾ ਆਪਣਾ ਗ੍ਰਹਿ ਪ੍ਰਦੇਸ਼ ਸੀਗਾ ਗੁਜਰਾਤ, ਔਰ ਦਿੱਲੀ 'ਚ ਆਮ ਆਦਮੀ ਪਾਰਟੀ ਪਹਿਲਾਂ ਹੀ ਸੱਤਾ 'ਚ ਹੈਗੀ ਹੈ। ਔਰ ਉੱਥੇ ਮਿਊਨਿਸਪਲ ਜਿਹੜੀ ਹੈ ਕਾਰਪੋਰੇਸ਼ਨ ਦਿੱਲੀ, ਕਿਉਂਕਿ ਇਹ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਜਿਹਦਾ ਬਜਟ 15,000 ਕਰੋੜ ਤੋਂ ਜ਼ਿਆਦਾ ਦਾ ਹੈਗਾ, ਉਹ ਰਾਜਨੀਤਿਕ ਤੌਰ ਤੇ ਬੜੀ ਅਹਿਮ ਸੀ ਆਮ ਆਦਮੀ ਪਾਰਟੀ ਵਾਸਤੇ ਕਿਉਂਕਿ ਉੱਥੇ
ਦਿੱਲੀ 'ਚ ਆਪਣੀ ਸਰਕਾਰ ਸੀ ਔਰ 2017 'ਚ ਇਹ ਹਾਰ ਗਏ ਸੀਗੇ। ਇਹਨਾਂ ਦੀਆਂ ਸਿਰਫ 49 ਸੀਟਾਂ ਆਈਆਂ ਸੀ, ਇਹਨਾਂ ਦਾ 26% ਜਿਹੜਾ ਵੋਟ ਸ਼ੇਅਰ ਸੀਗਾ ਔਰ 15 ਸਾਲ ਤੋਂ ਉੱਥੇ ਭਾਜਪਾ ਜਿਹੜੀ ਉਹ ਕਾਬਜ਼ ਸੀਗੀ। ਤਾਂ ਕੇਂਦਰ ਦੀ ਜਿਹੜੀ ਭਾਜਪ ਜਿਹੜੀ ਲੀਡਰਸ਼ਿਪ ਹੈ ਉਹਨਾਂ ਵਾਸਤੇ ਦਿੱਲੀ ਚਾਹੇ ਉਹ ਹਜੇ ਪੂਰਾ ਸੂਬਾ ਵੀ ਨਹੀਂ, ਉੱਥੇ ਦਿੱਲੀ ਦੇ ਵਿੱਚ ਔਰ MCD ਦੇ ਵਿੱਚ ਇਹ ਉੱਥੋਂ ਦੀਆਂ ਜਿਹੜੀਆਂ ਚੋਣਾਂ ਇਹਦੇ ਲਈ ਨਾ ਨੱਕ ਦਾ ਸਵਾਲ ਹੈ। ਔਰ ਨੱਕ ਦਾ ਸਵਾਲ ਇਸ ਕਰਕੇ ਵੀ ਹੈ ਕਿ ਬਈ ਤੁਸੀਂ ਜਿੱਥੇ ਬੈਠੇ ਹੈ ਕੇਂਦਰ ਦੀ ਸਰਕਾਰ ਤੇ ਤੁਹਾਡੇ ਥੱਲੇ ਜਿਹੜੀ ਹੈਗੀ ਹੈ ਉਹ ਪਾਰਟੀ ਜਿਹੜੀ ਹੈ ਉਹ ਤੁਹਾਨੂੰ ਲਗਾਤਾਰ ਹਾਰ ਦੇ ਰਹੀ ਹੈ। ਉਹ ਖਾਸ ਕਰਕੇ ਕਿ ਭਾਜਪਾ ਜਿਹੜੀ ਹੈਗੀ ਜਿਹੜੀ ਸਭ ਤੋਂ ਵੱਡੀ ਪਾਰਟੀ ਹੈ ਔਰ ਉਹਦੇ ਮੁਕਾਬਲੇ ਇੱਕ ਛੋਟੀ ਜੀ ਪਾਰਟੀ, ਤੇ ਉਹ ਹਾਰ ਬੜੀ ਬਰਦਾਸ਼ਤ ਨਹੀਂ ਹੁੰਦੀ ਕਿਉਂਕਿ ਉਹਦਾ ਮੈਸੇਜ ਬੜਾ ਦੂਰ ਜਾਂਦਾ ਹੈ। ਔਰ ਨੈਸ਼ਨਲ ਕੈਪੀਟਲ ਹੋਣ ਕਰਕੇ ਇੱਥੋਂ ਦੀਆਂ ਜਿਹੜੀਆਂ ਚੋਣਾਂ ਦੇ ਨਤੀਜੇ ਹੈ ਉਹਦੀ ਇੱਕ ਨਿਊਜ਼ ਵੈਲੀ ਹੈ ਔਰ ਦਿੱਲੀ ਦੀ ਨਿਊਜ਼ ਵੈਲੀ ਜਿਹੜੀ ਸਿਰਫ ਰਾਸ਼ਟਰੀ ਨਹੀਂ ਹੈਗੀ, ਇਹ ਅੰਤਰਰਾਸ਼ਟਰੀ ਵੀ ਹੈ। ਸਾਰੀ ਦੁਨੀਆ ਦੇ ਡਿਪਲੋਮੈਟਸ ਛੋਟੀ ਪਾਰਟੀ ਸ਼ਬਦ ਵਰਤਿਆ ਹਾਂ, ਬਹੁਤ ਛੋਟੀ। ਛੋਟੀ ਪਾਰਟੀਆਂ ਨੂੰ ਬਿਹੇਵ ਨਹੀਂ ਨਾ ਕਰਦੇ, ਉਹ ਤਾਂ ਆਪਦੇ ਆਪ ਨੂੰ ਬੀਜੇਪੀ ਦੇ ਅਗੇਂਸਟ ਇੱਕ ਵੱਡੀ ਪਾਰਟੀ ਵਜੋਂ ਸਾਬਤ ਕਰਦੇ ਆ। ਉਹ ਕਹਿੰਦੇ ਹੋਰ ਕੋਈ ਪਾਰਟੀ ਨਹੀਂ ਹੈਗੀ ਰੇਸ ਵਿੱਚ, ਅਸੀਂ ਹਾਂ। KP ਜੀ ਉਹ ਆਪਣੇ ਆਪ ਨੂੰ 10 ਸਾਲ ਉਮਰ ਹੈ ਉਹਨਾਂ ਦੀ, ਉਹ ਤਾਂ ਆਪਣੇ ਆਪ ਨੂੰ ਵੱਡੀ ਪਾਰਟੀ ਸਮਝਣ ਜੋ ਸਮਝਣ, ਲੇਕਿਨ BJP ਉਹਨਾਂ ਨੂੰ ਬਹੁਤ ਵੱਡੀ ਪਾਰਟੀ ਸਮਝ ਰਹੀ ਹੈ। ਗੁਜਰਾਤ ਦੇ ਵਿੱਚ ਥਰੂ ਆਊਟ ਇਲੈਕਸ਼ਨ, ਖਾਸ ਕਰਕੇ ਅੰਤਲੇ ਦਿਨਾਂ ਦੇ ਵਿੱਚ ਜਿੰਨਾ ਕੈਂਪੇਨ ਸੀਗਾ, ਪ੍ਰਧਾਨ ਮੰਤਰੀ ਮੋਦੀ ਪਿਛਲੇ 15 ਦਿਨਾਂ ਤੋਂ ਗੁਜਰਾਤ ਦੇ ਪ੍ਰਧਾਨ ਮੰਤਰੀ, ਕਹਿਣ ਦਾ ਭਾਵ ਕਿ ਉੱਥੇ ਡੇਰੇ ਲਾਏ ਹੋਏ ਉਹਨਾਂ ਨੇ ਔਰ ਤਾਬੜ ਤੋੜ ਉਹਨਾਂ ਨੇ ਰੈਲੀਆਂ ਕੀਤੀਆਂ ਹੈਗੀਆਂ ਔਰ ਗੁਜਰਾਤ ਦੀਆਂ ਚੋਣਾਂ ਦੇ ਇਤਿਹਾਸ 'ਚ ਸਭ ਤੋਂ ਲੰਬੇ ਰੋਡ ਸ਼ੋਅ ਉਹਨਾਂ ਨੇ ਕੀਤੇ ਹੈਗੇ, ਠੀਕ ਹੈ ਜੀ। ਤਾਂ ਇਹ ਗੱਲ ਕਰਨ ਦੀ ਕਿਉਂ ਜ਼ਰੂਰਤ ਪਈ? ਔਰ ਉਹਨਾਂ ਦਾ ਸਿੱਧਾ ਟਾਰਗੇਟ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਔਰ ਕੇਜਰੀਵਾਲ, ਔਰ ਉਹਨਾਂ ਦੇ ਨਾਲ ਉਹਨਾਂ ਨੇ ਹੋਰ ਬੜੇ ਮਹਾਰਥੀ ਜਿਹੜੇ ਬੁਲਾਰੇ ਹੈ ਜਿਨ੍ਹਾਂ ਦੀ ਇੱਕ ਪੈਨ ਇੰਡੀਆ ਇੱਕ ਪਛਾਣ ਵੀ ਹੈ, ਯੋਗੀ ਆਦਿੱਤਿਆਨਾਥ ਉੱਥੋਂ ਆਏ, UP ਤੋਂ ਆਏ, ਲੇਕਿਨ ਕਾਂਗਰਸ ਨੂੰ ਦੇ ਪ੍ਰਤੀ ਉਹਨਾਂ ਦਾ ਬੜਾ ਨਰਮ ਜਿਹਾ, ਉੱਥੇ ਤਾਂ ਐਂ ਲੱਗਦਾ ਸੀਗਾ ਵੀ ਕਾਂਗਰਸ ਨੂੰ ਕੁਝ ਕਹਿ ਹੀ ਨਹੀਂ ਰਹੇ ਹੈਗੇ। ਨਹੀਂ, ਅਰਵਿੰਦ ਕੇਜਰੀਵਾਲ ਦੀ ਸਟੇਟਮੈਂਟ ਹੈ ਕਿ ਅਸੀਂ BJP ਦੇ ਵੋਟ ਬੈਂਕ ਵਿੱਚ ਸਨਮਾਰੀ ਕਰਤੀ। BJP ਦਾ ਵੋਟ ਸ਼ੇਅਰ ਤਾਂ ਵਧਿਆ, ਉਹਨਾਂ ਦੀ ਸੀਟਾਂ ਹੀ ਵਧੀਆਂ, ਫਿਰ ਸਨਮਾਰੀ ਕਾਹਦੀ ਕਰਤੀ? ਉਹਨਾਂ ਨੂੰ ਜੇ 13% ਵੋਟ ਮਿਲਿਆ ਤਾਂ ਕਾਂਗਰਸ ਜਾਂ ਹੋਰ ਪਾਰਟੀਆਂ ਦਾ ਉਹਨਾਂ ਕੋਲੇ ਮੂਵ ਹੋਇਆ। ਇਹ ਗੱਲ ਕਿਵੇਂ ਕਹਿ ਸਕਦੇ ਹੋ? ਮੈਨੂੰ ਇਸ ਗੱਲ ਦਾ ਨਹੀਂ ਇਲਮ ਹੈਗਾ ਕਿ ਉਹਨਾਂ ਨੇ ਇਹ ਗੱਲ ਕਹੀ ਹੋਵੇ ਕਿ ਅਸੀਂ BJP ਦੇ ਵੋਟ, ਉਹ ਤਾਂ ਲਗਾਤਾਰ ਇਹ ਗੱਲ ਕਹਿੰਦੇ ਪਏ ਆ। ਉਹਨਾਂ ਦੀ ਪਹਿਲਾਂ ਦੀ ਸਟੇਟਮੈਂਟ ਚੱਕ ਕੇ ਦੇਖ ਲਓ, ਰਾਜੂ ਵਿਲੀਅਮ ਜੀ, ਉਹਨਾਂ ਦੀ ਪਹਿਲਾਂ ਸਟੇਟਮੈਂਟ ਤੁਹਾਨੂੰ ਯਾਦ ਕਰਾਉਣਾ ਮੈਂ, ਉਹ ਕਹਿੰਦੇ ਸੀ 0 ਤੋਂ 30% ਤੇ ਆ ਗਏ, ਜਿਹੜੇ ਸਾਡੇ ਸਰਵੇ ਕਹਿੰਦੇ ਪਏ ਆ 230% ਤੇ ਆਦੇ ਆਪ ਨੂੰ ਲੈ ਗਏ ਸੀਗੇ, ਫਿਰ ਉਹ ਕਾਗਜ਼ ਤੇ ਲਿਖ ਕੇ ਦੇਣ ਨੂੰ ਤਿਆਰ ਬੈਠੇ ਆ। ਦੇਖੋ ਇਦਾਂ ਹੈ, ਗੁਜਰਾਤ ਤੋਂ ਬਾਹਰ ਬੈਠੇ ਬੜੀ ਨਾਮੁਕੰਮਲ ਸੂਚਨਾਵਾਂ ਮਿਲਦੀਆਂ। ਬਿਲਕੁਲ ਠੀਕ ਹੈ ਤੁਹਾਡੀ ਗੱਲ। 8 ਮਹੀਨੇ ਪਹਿਲਾਂ 4% ਵੋਟ ਸ਼ੇਅਰ ਸੀਗਾ ਆਮ ਆਦਮੀ ਪਾਰਟੀ ਦਾ। ਮੈਂ ਉਹ ਸਰਵੇ ਵਾਲੀ ਬੜੀ ਇੱਕ ਮਤਲਬ ਵੀ ਹਿੰਦੁਸਤਾਨ ਦੀ ਟੌਪ ਜਿਹੜੇ ਸਰਵੇ ਆਰਗੇਨਾਈਜੇਸ਼ਨ ਚ ਆਉਂਦੇ, ਹਰ ਚੋਣਾਂ ਚ ਉਹ ਕਰਦੇ ਨੇ, 4% ਸੀਗਾ ਉਹਨਾਂ ਦਾ 8 ਮਹੀਨੇ ਬਾਅਦ ਪਹਿਲਾਂ। ਔਰ ਉਸ ਤੋਂ ਬਾਅਦ ਇਹ ਅਕਤੂਬਰ ਦੇ ਸ਼ੁਰੂ ਦੇ ਵਿੱਚ ਇਹ 20%, 18, 20, 22% ਤੱਕ ਹੋ ਗਿਆ ਆਮ ਆਦਮੀ ਪਾਰਟੀ। ਇੱਕ ਜਿਹਨੂੰ ਕਹਿੰਦੇ ਹੈਗੇ ਨਾ ਕਿ ਵੀ ਇੱਕ ਵਰਟੀਕਲ ਇਨਕਰੀਸ ਜਿਹੜੀ ਹੈਗੀ ਹੈ, ਉਹਦੇ ਤੋਂ ਲੱਗਿਆ ਇਹ ਕਿ ਵੀ ਜੇ ਇਸ ਗਤੀ ਦੇ ਉੱਤੇ ਇਹਨਾਂ ਦਾ ਵੱਧ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਦੋਂ ਵੀ ਉੱਪਰ ਜਾਵੇ। ਮੇਰਾ ਸਵਾਲ ਹੋ ਰਿਹਾ ਹੈ, ਉਹ ਜਦੋਂ ਕਹਿੰਦੇ BJP ਦੀ ਵੋਟ 'ਚ ਹੀ ਸਨਮਾਰੀ ਕੀਤੀ ਹੈ, ਉਹ ਕਿਵੇਂ ਵਾਜਿਬ ਹੈ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਮੈਂ ਤਾਂ ਬੜੇ ਕਲੋਜ਼ਲੀ ਟਰੈਕ ਕਰ ਰਿਹਾ। ਸਟੇਟਮੈਂਟ ਲਗਾਤਾਰ ਉਹ ਕਾਂਗਰਸ ਦੇਖੋ, ਜਿਹੜੇ ਹੁਣ ਆਪਾਂ ਚਲੋ ਮੰਨ ਲਓ, ਦੇਖੋ ਗੱਲ ਹੈਗੀ ਹੈ ਕਿ ਜਦੋਂ ਇਹੋ ਜਿਹਾ ਚੋਣ ਦੰਗਲ ਹੁੰਦਾ ਨਾ, ਕੋਈ ਵੀ ਪਾਰਟੀ ਜਿਹੜੀ ਹੈਗੀ ਹੈ ਉਹ ਹਾਰਨ ਵਾਸਤੇ ਨਹੀਂ, ਉਹ ਜਿੱਤਣ ਵਾਸਤੇ ਪ੍ਰਚਾਰ ਕਰਦੀ ਆਪਣਾ। ਉਹਦੇ 'ਚ ਦਾਅਵੇ ਵੀ ਹੁੰਦੇ ਹੈਗੇ, ਔਰ ਬਹੁਤ ਵਾਰੀ ਜਿਹੜੇ ਦਾਅਵੇ ਹੁੰਦੇ ਹੈਗੇ ਉਹ ਇਸ ਕਰਕੇ ਹੁੰਦਾ ਕਿ ਆਪਣੇ ਕੇਡਰ ਨੂੰ ਵੀ ਬੂਸਟ ਕਰਨਾ ਔਰ ਲੋਕਾਂ 'ਚ ਵੀ ਜਾਣਾ ਕਿ ਇੱਕ ਮੈਸੇਜ ਆਵੇ ਕਿ ਬਈ ਸਾਨੂੰ ਤੁਸੀਂ ਗੰਭੀਰਤਾ ਨਾਲ ਲਓ, ਅਸੀਂ ਸਰਕਾਰ ਬਣਾ ਸਕਦੇ। ਇਹ ਅਕਸਰ ਹੈਗਾ, ਹਰ ਪਾਰਟੀ ਇਹ ਕਰਦੀ ਹੈ। ਤੁਸੀਂ ਬੜੇ ਸਟੈਟ ਨਾਲ ਗੱਲ ਕਰਦੇ ਹੋ, ਮੈਂ ਤੁਹਾਡਾ ਸਟੈਟ ਹੀ ਸਮਝਣਾ ਚਾਹ ਰਿਹਾ ਰਾਜੂ ਵਿਲੀਅਮ ਜੀ, ਮੈਂ ਤੁਹਾਨੂੰ ਪੂਰਾ ਮੌਕਾ ਦਊਂਗਾ ਬੋਲਣ ਦਾ।
ਜਦੋਂ ਅਸੀਂ ਸਟੈਟ ਦੀ ਗੱਲ ਕਰਦੇ ਹਾਂ 13% ਵੋਟ ਸ਼ੇਅਰ ਉਹ ਕਹਿੰਦੇ ਆ, ਜਦੋਂ 39-40 ਲੱਖ ਵੋਟ ਕਹਿੰਦੇ ਸਾਨੂੰ ਪਏ ਆ, ਅਸੀਂ ਉੱਥੇ ਮੁਕਾਬਲੇ ਵਿੱਚ ਆਏ, ਪਹਿਲੀ ਵਾਰੀ ਖੜੇ ਹੋਏ ਸੀ, ਉਹਨਾਂ ਨੇ ਦਾਅਵਾ ਕੀਤਾ ਸੀ ਆ ਕਾਂਗਰਸ ਨੂੰ 5 ਤੋਂ ਘੱਟ ਸੀਟਾਂ ਮਿਲਣਗੀਆਂ। ਇਹਦਾ ਮਤਲਬ ਕੀ ਹੈ ਸਰ? ਮੈਂ ਇਹ ਗੱਲ ਤਾਂ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਹੈਗਾ ਕਿ ਜਦੋਂ ਪਾਰਟੀਆਂ ਹੁੰਦੀਆਂ ਹੈਗੀਆਂ ਉਹ ਇਦਾਂ ਦੇ ਦਾਅਵੇ ਕਰਦੀਆਂ। ਦੇਖੋ ਅਰਵਿੰਦ ਕੇਜਰੀਵਾਲ ਨੇ ਜੇ ਕਿਹਾ ਔਰ ਉਹਨਾਂ ਨੇ ਇਹ ਕਿਹਾ ਕਿ ਜੀ 5 ਤੋਂ, ਠੀਕ ਹੈ, ਮੈਨੂੰ ਇਹ ਲੱਗਦਾ ਹੈਗਾ ਵੀ ਉਹਨਾਂ ਨੇ ਸਿਰਫ ਔਰ ਸਿਰਫ ਇਹ ਮਤਲਬ ਇੱਕ ਜ਼ਰੂਰ ਟ੍ਰੈਂਡ ਜਿਹੜਾ ਹੈਗਾ ਸ਼ੁਰੂਆਤੀ ਤੋਂ, ਈਵਨ ਕਾਂਗਰਸ ਵਾਲਿਆਂ ਨੇ ਜਿਨ੍ਹਾਂ ਨਾਲ ਅਸੀਂ ਗੁਜਰਾਤ 'ਚ ਜਾ ਕੇ ਗੱਲ ਕੀਤੀ ਹੈ, ਮੈਂ ਜਿਗਨੇਸ਼ ਮੇਵਾਨੀ ਦੇ ਨਾਲ ਬੜੀ ਲੰਬੀ ਗੱਲਬਾਤ ਹੋਈ ਹੈ, ਔਰ ਹੋਰ ਵੀ ਜਿਹੜੇ ਸੀਗੇ, ਇੱਕ ਉਹਨਾਂ ਦੇ ਸਾਬਕਾ ਮੁੱਖ ਮੰਤਰੀ ਹੈਗੇ ਬੀਜੇਪੀ ਦੇ 1996 ਦੇ ਵਿੱਚ ਸੀਐਮ ਰਹੇ ਸੀਗੇ, ਉਹਨਾਂ ਨਾਲ, ਹੋਰ ਵੀ ਜਿਹੜੇ ਹੈਗੇ ਆ ਪੋਲੀਟੀਕਲ ਐਨਾਲਿਸਟ ਹੈਗੇ ਉਹਨਾਂ ਨਾਲ, ਤਾਂ ਉੱਥੇ ਇੱਕ ਆਮ ਪ੍ਰਭਾਵ ਸੀਗਾ। ਇੱਥੋਂ ਤੱਕ ਵੀ ਇੱਕ ਸਾਬਕਾ ਮੰਤਰੀ ਜਿਹੜੇ ਹੈਗੇ ਆ ਕਾਂਗਰਸ ਦੇ, ਉਹਨਾਂ ਨੇ ਇੱਥੋਂ ਤੱਕ ਕਿਹਾ ਕਿ हाँ भाई ये लगता है ऐसे कि ये हमें वो ज़्यादा नुकसान करेंगे। तो ये प्रभाव पहला ही सीगा ਤੇ ਅੰਕੜੇ ਨੇ ਹੁਣ ਤੱਕ ਕਿਉਂਕਿ ਆ ਹੀ ਗਿਆ ਹੈਗਾ, ਨਤੀਜਾ ਹੀ ਸਾਹਮਣੇ ਆ ਗਿਆ, ਹੁਣ ਤਾਂ ਮੇਰੇ ਖਿਆਲ ਆਪਾਂ ਬਿਲਕੁਲ ਤੱਥਾਂ ਤੇ ਗੱਲ ਕਰੀਏ ਤਾਂ ਉਹਨੇ ਵੀ ਉਹ ਜਸਟੀਫਾਈ ਕੀਤਾ ਉਹਨਾਂ ਨੂੰ। ਹਾਂ, ਇਹ ਗੱਲ ਵੱਖਰੀ ਹੈਗੀ ਕਿ ਉਹ 5 ਸੀਟਾਂ ਵਾਲਾ ਜਾਂ ਦੂਜਾ ਹੈਗਾ। ਦੇਖੋ ਜਿਹੜੀਆਂ ਸੀਟਾਂ ਵਾਲੀ ਗੱਲ ਹੈਗੀ ਹੈ ਨਾ, ਇਹ ਗੱਲ ਜੇ ਮੈਨੂੰ ਕੋਈ ਪੁੱਛਦਾ ਜੀ ਕਿੰਨੀਆਂ ਸੀਟਾਂ ਆਉਣਗੀਆਂ ਤਾਂ ਮੈਂ ਕਦੀ ਜਵਾਬ ਨਹੀਂ ਦਿੰਦਾਗਾ, ਠੀਕ ਹੈ। ਵੋਟ ਸ਼ੇਅਰ ਬਹੁਤ ਸਾਰੀਆਂ ਜਿਹੜੀਆਂ ਬੜੀਆਂ ਰਿਪਿਊਟਡ ਸਰਵੇਜ਼ ਕਰਦੇ ਨੇ, ਪੋਲੀਟੀਕਲ ਸਰਵੇ, ਉਹ ਵੋਟ ਸ਼ੇਅਰ ਪ੍ਰੈਡਿਕਟ ਕਰਦੇ ਹੈਗੇ ਨੇ, ਠੀਕ ਹੈ, ਉਹ ਸੀਟਸ ਨਹੀਂ ਦਿੰਦੇ ਹੈਗੇ। ਤਾਂ ਇਹ ਕੇਜਰੀਵਾਲ ਇੱਕ ਪੋਲੀਟੀਕਲ ਸਟੇਟਮੈਂਟ ਜਿਹੜੀ ਚੋਣਾਂ ਦੇ ਦੌਰਾਨ ਹੁੰਦੀ ਹੈ, ਨਹੀਂ ਉਹਨਾਂ ਨੂੰ ਠੀਕ ਲੱਗਿਆ ਹੋਣਾ ਤਾਂ ਉਹਨਾਂ ਨੇ ਦਿੱਤੀ ਹੈਗੀ ਹੈ। ਲੇਕਿਨ ਇਹ ਹੈਗਾ ਕਿ ਅੱਜ ਦਾ ਜਿਹੜਾ ਯੁੱਗ ਹੈਗਾ ਉਹਦੇ ਵਿੱਚ ਹੈਗਾ ਕਿ ਤੁਸੀਂ ਜਿਹੜਾ ਕੇਜਰੀਵਾਲ ਵਰਗੇ ਜਿਹੜੇ ਲੀਡਰ ਹੈਗੇ ਨੇ ਉਹ ਕੋਈ ਵੀ ਗੱਲ ਕਰਦੇ ਨੇ, ਅੱਜ ਕੱਲ੍ਹ ਤਾਂ ਸਾਰੀ ਔਨ ਕੈਮਰਾ ਹੈਗੀ ਹੈ। ਉਹ ਤੁਸੀਂ ਅਕਸਰ ਦੇਖੋਗੇ ਕਿ ਪੁਰਾਣੇ ਇਲੈਕਸ਼ਨ 'ਚ ਕੀ ਕਿਹਾ ਸੀ, ਉਹ ਕੱਢ ਕੇ ਐਤਕੀ ਲਿਆਉਂਦੇ, ਲੋਕੀ ਮੀਮਸ ਬਣਾਉਂਦੇ ਨੇ, ਤਾਂ ਇਹ ਉਹਨਾਂ ਨੇ ਕੀਤਾ ਤੇ ਉਹਦੇ ਲਈ ਉਹ ਜ਼ਿੰਮੇਵਾਰ ਹੈਗੇ ਨੇ। ਅੱਛਾ, ਉਹਨਾਂ ਦੇ ਅੰਦਾਜ਼ੇ ਪਹਿਲਾਂ ਜੇ ਠੀਕ ਹੋਏ ਸੀਗੇ ਤੇ ਜੇ ਹੁਣ ਗਲਤ ਹੋ ਗਿਆ ਤਾਂ ਇਹ ਤਾਂ ਜਵਾਬ ਉਹੀ ਦੇ ਸਕਦੇ, ਮੈਂ ਤਾਂ ਨਹੀਂ ਦੇ ਸਕਦਾ, ਪਰ ਦਾਅਵੇ ਸਾਰੇ ਕਰਦੇ ਹੈਗੇ। ਪੰਜਾਬ 'ਚ ਵੀ ਕੀਤੇ ਆਪਣੇ ਦਾਅਵੇ। ਥੋੜਾ ਬ੍ਰੇਕ ਲੈ ਕੇ ਵਾਪਸ ਆ ਰਹੇ ਹਾਂ। ਰਾਜੂ ਵਿਲਹਰਾ ਤੋਂ ਬਹੁਤ ਕੁਝ ਸਮਝਣ ਦੀ ਜ਼ਰੂਰਤ ਹੈ ਕਿ ਬਹੁਤ ਕੁਝ ਪੁੱਛਣ ਦੀ ਜ਼ਰੂਰਤ ਹੈ ਕਿ ਉਹ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਪੁੱਛ ਰਹੇ ਹਾਂ, ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਆਮ ਆਦਮੀ ਪਾਰਟੀ ਦਾ ਝਾੜੂ ਕੀ ਨਰਿੰਦਰ ਮੋਦੀ ਦੇ ਖਿਲਾਫ 2024 ਲਈ ਤਿਆਰ ਖੜਾ? ਸਵਾਲ ਹੈ ਬੜਾ ਮਹੱਤਵਪੂਰਨ। ਰਾਜੂ ਵਿਲੀਅਮ ਜੀ, ਮੈਂ ਜਿਹੜਾ ਗੇਣ ਵਾਲਾ ਸਵਾਲ ਕੀਤਾ ਸੀ ਮੈਂ ਉਹਦੇ ਨਾਲ ਥੋੜਾ ਐਡ ਆਨ ਕਰਦਾ। ਇਹ ਯੂਪੀ ਗਏ, ਜ਼ਮਾਨਤਾਂ ਜ਼ਬਤ, ਖੁਦ ਵਾਰਾਣਸੀ ਗਏ, ਉੱਥੇ ਅਰਵਿੰਦ ਕੇਜਰੀਵਾਲ ਦੀ ਬੁਰੀ ਤਰ੍ਹਾਂ ਹਾਰ ਹੋਈ, ਬਾਅਦ 'ਚ ਮਾਫੀ ਤੱਕ ਮੰਗਣੀ ਪਈ, ਕਿਸੇ ਨੇ ਕਿਹਾ ਨਹੀਂ ਸੀ ਕਿ ਮਾਫੀ ਮੰਗੋ। ਸਵਾਲ ਹੈ ਗੋਆ ਗਏ, ਉੱਥੇ ਬੁਰੀ ਤਰ੍ਹਾਂ ਹਾਰੇ, ਹਿਮਾਚਲ ਗਏ 67 ਸੀਟਾਂ 'ਤੇ ਜ਼ਮਾਨਤ ਜ਼ਬਤ, ਗੁਜਰਾਤ ਗਏ, ਗੁਜਰਾਤ 'ਚ ਬਹੁਤ ਸੀਟਾਂ 'ਤੇ ਜ਼ਮਾਨਤ ਜ਼ਬਤ, ਉਹਨੂੰ ਉਸ ਤਰੀਕੇ ਨਾਲ ਪਰਦਾ ਪਾਇਆ ਜਾ ਰਿਹਾ ਕਿ ਕੌਮੀ ਪਾਰਟੀ ਬਣ ਗਏ, ਉਹ ਬੈਨਰ ਹੇਠਾਂ ਸਾਰਾ ਕੁਝ ਪਾਇਆ ਜਾ ਰਿਹਾ। ਮੇਰਾ ਸਵਾਲ ਹੈ, ਆਮ ਆਦਮੀ ਪਾਰਟੀ ਸੁਪਨੇ ਦੇਖਣਾ ਸਾਰਾ ਦਾ ਹੱਕ ਹੈ, ਪਰ ਆਮ ਆਦਮੀ ਪਾਰਟੀ ਐਡੇ ਵੱਡੇ ਸੁਪਨੇ ਦੇਖ ਰਹੀ ਹੈ ਕਿ ਕਾਂਗਰਸ ਕਿਤੇ ਵੀ ਨਹੀਂ ਹੈਗੀ। ਇਹ 10 ਸਾਲ ਪੁਰਾਣੀ ਪਾਰਟੀ, ਉਹ 100 ਸਾਲ ਤੋਂ ਵਧੇਰੇ ਪੁਰਾਣੀ ਪਾਰਟੀ। ਨਹੀਂ, ਇਹਦਾ ਇਸ ਗੱਲ ਦਾ ਜਵਾਬ ਇਸ ਤੱਥ 'ਚ ਲੁਕਿਆ ਹੋਇਆ ਹੈ ਕਿ ਕਾਂਗਰਸ ਐਡੀ ਪੁਰਾਣੀ ਪਾਰਟੀ ਹੈ ਜਿਹਦੀ ਅਗਵਾਈ ਦੇ ਵਿੱਚ ਆਜ਼ਾਦੀ ਦਾ ਜਿਹੜੀ ਲੜਾਈ ਉਹ ਸੰਘਰਸ਼ ਹੋਇਆ, ਕੀਤਾ ਗਿਆ। 2014 ਤੋਂ ਖਾਸ ਕਰਕੇ ਜੇ ਆਪਾਂ ਕੋਈ ਕੱਟ ਆਫ ਪੀਰੀਅਡ ਜਿਹੜਾ ਹੈਗਾ ਉਹ ਕਰਨਾ ਹੋਵੇ, ਕਾਂਗਰਸ ਪਾਰਟੀ ਲਗਾਤਾਰ ਚੋਣਾਂ ਤੇ ਚੋਣਾਂ ਹਾਰ ਰਹੀ ਹੈਗੀ ਹੈ। ਉਹ ਚਾਹੇ ਮਿਊਨਿਸਪਲ ਚੋਣਾਂ ਹੋਣ, ਚਾਹੇ ਉਹ ਅਸੈਂਬਲੀ ਦੀਆਂ ਹੋਣ, ਤੇ ਦੋ ਵੱਡੇ ਜਿਹੜੇ ਹੈਗੇ ਆ ਪਾਰਲੀਮੈਂਟਰੀਆਂ ਜੇ ਚੋਣਾਂ ਹਾਰ ਚੁੱਕੇ ਨੇ। ਔਰ ਤੁਸੀਂ 2014 ਦੇ ਮੁਕਾਬਲੇ 2019 ਦੇ ਵਿੱਚ ਤਾਂ ਇਹਨਾਂ ਦੇ ਸੀਟਸ ਜਿਹੜੀਆਂ ਹੈਗੀਆਂ ਬਿਲਕੁਲ ਹੀ ਹੈ, ਔਰ ਕਰੀਬ 17 ਇਹੋ ਜਿਹੇ ਰਾਜ ਹੈਗੇ ਨੇ ਜਿੱਥੇ ਇਹਨਾਂ ਦਾ MP ਨਹੀਂ ਹੈਗਾ, ਠੀਕ ਹੈ ਜੀ, ਤੇ 5 ਇਹੋ ਜਿਹੇ ਹੈਗੇ ਰਾਜ, ਸਟੇਟਾਂ ਜਿੱਥੇ ਇਹਨਾਂ ਦਾ MLA ਹੀ ਹੈ ਨਹੀਂਗਾ। ਲੇਕਿਨ ਦੂਜੇ ਪਾਸੇ ਤੁਸੀਂ ਦੇਖੋ, ਮੈਂ ਉਹੀ ਗੱਲ ਕਰਦਾ, ਦੇਖੋ ਜਿਹੜੀ ਰਾਜਨੀਤੀ ਦੇ ਵਿੱਚ ਕੋਈ ਪਾਰਟੀ ਜਦੋਂ ਉੱਭਰਦੀ ਹੈਗੀ ਹੈ ਨਾ, ਔਰ ਉਹਦੇ ਸਥਾਪਿਤ ਹੋਣ ਦੇ ਵਿੱਚ ਟਾਈਮ ਜਿਹੜੀ ਹੈਗੀ ਹੈ, ਉਹਦਾ ਨਿਵੇਸ਼ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਫੈਕਟਰ ਹੁੰਦਾ, ਬਹੁਤ ਵੱਡੀ ਇਨਵੈਸਟਮੈਂਟ ਹੈਗੀ ਹੈ। ਤੁਸੀਂ ਇੱਕਦਮ ਜਿਹੜਾ ਹੈਗਾ, ਲੇਕਿਨ ਦੇਖਣ ਵਾਲੀ ਗੱਲ ਹੈਗੀ ਹੈ ਕਿ ਵੀ ਜਿਸ ਕਿਸਮ ਦਾ ਪ੍ਰਦਰਸ਼ਨ ਇਹਨਾਂ ਦਾ ਰਿਹਾ ਹੈਗਾ, ਔਰ 10 ਸਾਲ ਦੇ ਵਿੱਚ ਤੁਸੀਂ 2 ਸਟੇਟਾਂ ਇੱਕੋ ਹੀ ਪਾਰਟੀ ਹੈਗੀ ਹੈ,
ਜਿਹੜੀ 2 ਸਟੇਟਾਂ ਦੇ ਵਿੱਚ ਇਹਨਾਂ ਦੇ ਮੁੱਖ ਮੰਤਰੀ ਹੈਗੇ ਆ, ਔਰ ਜਿੰਨੇ ਵੱਡੇ ਕਦਾਵਰ ਨੇਤਾ ਹਿੰਦੁਸਤਾਨ ਦੇ ਗੈਰ ਕਾਂਗਰਸੀ, ਜਿਹੜੇ ਗੈਰ ਭਾਜਪਾਈ ਤੇ ਗੈਰ ਕਾਂਗਰਸੀ ਆ, ਮੁਲਾਇਮ ਸਿੰਘ ਯਾਦਵ ਲਾ ਲਓ, ਨਿਤਿਸ਼ ਕੁਮਾਰ ਲਾ ਲਓ, ਤੁਸੀਂ ਮਮਤਾ ਬੈਨਰਜੀ, ਜਿੰਨੇ ਮਰਜ਼ੀ ਲਾ ਲਓ, KCR, ਉਹ ਸਿਰਫ ਆਪਣੀ ਸਟੇਟ ਤੋਂ ਬਾਹਰ ਉਹਨਾਂ ਦਾ ਕੋਈ ਇਨਫਲੂਐਂਸ ਨਹੀਂ ਹੈਗਾ, ਠੀਕ ਹੈ। ਔਰ ਇਹਦੇ ਬੜੇ ਕਾਰਨ ਹੈਗੇ ਆ ਕਿ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਉਭਾਰ ਹੈ, ਬਹੁਤ ਸਾਰੇ ਫੈਕਟਰਸ ਹੈਗੇ ਆ ਜਿਹਦੇ ਕਰਕੇ ਇਹ ਐਡੀ ਰਫਤਾਰ ਦੇ ਨਾਲ, ਉਹਦੇ 'ਚ ਸਭ ਤੋਂ ਵੱਡਾ ਫੈਕਟਰ ਤਾਂ ਇੱਕ ਇਹ ਹੈਗਾ ਕਿ ਵੀ ਜਿਸ ਕਿਸਮ ਦਾ ਇਹਨਾਂ ਦੀ ਜਿਹੜੀ ਪੋਲਿਟਿਕਸ ਹੈਗੀ ਹੈ, ਜਿਸ ਕਿਸਮ ਦਾ ਇਹਨਾਂ ਦਾ ਪਾਰਟੀ ਪ੍ਰੋਗਰਾਮ ਹੈਗਾ, ਜਿਹਨੂੰ ਆਮ ਤੌਰ ਤੇ ਕਹਿੰਦੇ ਜੀ ਇਹ ਫ੍ਰੀ ਬੀਜ਼ ਹੈਗੇ ਆ, ਇਹ ਕਹਿੰਦੇ ਉਹ ਵੈਲਫੇਅਰ ਪੋਲਿਟਿਕਸ ਹੈਗੀ ਹੈ, ਉਹ ਪਲੱਸ ਕਿ ਇਹਨਾਂ ਦਾ ਜਿਹੜਾ ਕੇਡਰ ਹੈਗਾ ਉਹ ਬਹੁਤ ਯੰਗ ਹੈਗਾ, ਇਹ ਯੰਗੈਸਟ ਪਾਰਟੀ ਇਨ ਟਰਮਸ ਆਫ ਏਜ। ਉਹ ਸਰਕਾਰ ਬਾਰੇ ਵੀ ਕਹਿੰਦੇ ਆ ਪੰਜਾਬ 'ਚ ਸਰਕਾਰ ਹੈ ਉਹਦੀ ਐਵਰੇਜ ਏਜ ਕਹਿੰਦੇ ਆ ਸਾਡੀ ਯੰਗੈਸਟ। ਅੱਛਾ, ਤੇ ਦੂਸਰੀ ਗੱਲ ਹੈਗੀ ਹੈ ਕਿ ਇਹ ਇੱਕ ਯੰਗ ਪਾਰਟੀ ਹੋਣ ਦੇ ਕਰਕੇ, ਔਰ ਖਾਸ ਕਰਕੇ ਦਿੱਲੀ 'ਚ ਜਿਹੜਾ ਹੈਗਾ ਇਹਨਾਂ ਦਾ ਮੇਨ ਜਿੱਥੋਂ ਬਾਹਰ ਹੋਇਆ, ਇਹਨਾਂ ਦੇ ਨਾਲ ਜਿਹੜੇ ਲੋਕ ਜੁੜੇ ਯੰਗ, ਉਹ ਬਹੁਤ ਕੁਆਲੀਫਾਈਡ ਪ੍ਰੋਫੈਸ਼ਨਲਸ, ਠੀਕ ਹੈ ਜੀ। ਤੇ ਦੂਜਾ ਹੈਗਾ ਕਿ ਵੀ ਉਹ ਇੱਕ ਯੰਗ ਪਾਰਟੀ ਹੋਣ ਕਰਕੇ ਉਹ ਕਨੈਕਟ ਕਰਦੇ ਆ ਲੋਕਾਂ ਨਾਲ, ਖਾਸ ਕਰਕੇ ਯੂਥ ਜਿਹੜੀ ਹੈਗੀ ਹੈ, ਕਿਉਂਕਿ ਜਿਹੜੀ ਚੇਂਜ ਹੈ ਨਾ, ਹੁਣ ਤਾਂ ਕਿਹਾ ਜਾਂਦਾ ਕਿ ਹਿੰਦੁਸਤਾਨ ਜਿਹੜਾ ਹੈਗਾ ਉਹ ਯੰਗ ਇੰਡੀਆ ਹੈਗਾ, ਤੇ ਇਹਦੀ ਜਿਹੜੀ ਯੂਥ ਦੀ ਪੋਪੂਲੇਸ਼ਨ ਫੀਸਦ ਹੈ ਉਹ ਤਾਂ ਮਤਲਬ ਵੀ ਕਿੱਥੇ ਪਹੁੰਚ ਗਈ ਹੈਗੀ ਹੈ, ਤਾਂ ਉੱਥੇ ਜਾ ਕੇ ਇਹ ਕਰਦੇ। ਔਰ ਦੂਸਰਾ ਹੈਗਾ ਕਿ ਇਹ ਜਿਹੜੇ ਇਸ ਵੇਲੇ ਜਿਹੜੇ ਡਿਜੀਟਲ ਟੈਕਨੋਲੋਜੀ ਹੈ, ਉਹਦਾ ਇਸਤੇਮਾਲ ਜਿਹੜਾ ਹੈਗਾ ਇਹ ਆਪਣੇ ਇਲੈਕਸ਼ਨਸ, ਆਪਣੀ ਪੋਲਿਟਿਕਸ ਨੂੰ ਦੇ ਪਸਾਰ ਵਾਸਤੇ, ਆਪਣੇ ਪ੍ਰਚਾਰ ਤੰਤਰ ਲਈ ਜਿੱਦਾਂ ਇਹ ਕਰਦੇ ਹੈਗੇ ਨੇ, ਉਹ ਬਹੁਤ ਕਾਬਲੇ ਗੌਰ ਹੈਗਾ। ਉਹ ਹੋਰ ਪਾਰਟੀਆਂ ਨਹੀਂ ਕਰਦੀਆਂ, ਇਸ ਕਰਕੇ ਥੋੜੇ ਸਮੇਂ ਦੇ ਵਿੱਚ ਇਹਨਾਂ ਦੀ ਰੀਚ ਜਿਹੜੀ ਹੈਗੀ ਹੈ, ਇਹ ਜ਼ਿਆਦਾ ਲੋਕਾਂ ਤੱਕ ਗੱਲ ਜਦੋਂ ਇਹ ਪੈਨ ਇੰਡੀਆ ਦੀ ਗੱਲ ਕਰਦੇ ਹੋ, ਜੋ ਤੁਸੀਂ ਡਿਜੀਟਲ ਮੀਡੀਆ ਦੀ ਗੱਲ ਕਰਦੇ ਹੋ, 60 ਤੋਂ 70% ਤਾਂ ਰੂਰਲ ਇੰਡੀਆ, ਉਹਦੇ ਵਿੱਚ ਡਿਜੀਟਲ ਅਪਰੋਚ ਹੈ। ਉਹਦੇ 'ਚ ਮੋਬਾਈਲ ਫੋਨ ਦੇਖੋ ਨਾ, ਤੁਸੀਂ ਮੋਬਾਈਲ ਫੋਨ ਦੀ ਪੈਨੀਟ੍ਰੇਸ਼ਨ ਦੇਖੋ, ਤੁਸੀਂ ਆਪਣੇ ਆਪਾਂ ਇੱਥੇ ਪੰਜਾਬ ਦਾ ਲਾ ਲਈਏ, ਮੈਂ ਤਾਂ ਗੁਜਰਾਤ 'ਚ ਵੀ ਦੇਖਿਆ ਹੈਗਾ, ਪੰਜਾਬ ਤੇ ਗੁਜਰਾਤ 'ਚ ਬੜੀਆਂ ਸਮਾਨਤਾਵਾਂ, ਉਹਨਾਂ ਦੇ ਵੀ ਪਿੰਡ ਜਿਹੜੇ ਆਪਣੇ ਪਿੰਡਾਂ ਵਾਂਗੂ ਬਹੁਤ ਮਤਲਬ ਵੀ ਅੱਛਾ ਰੋਡ ਨੈਟਵਰਕ ਸਾਰਾ ਕੁਛ ਹੈ, ਠੀਕ ਠਾਕ ਪਿੰਡ ਹੈਗੇ ਨੇ। ਉੱਥੇ ਹਰ ਕਿਸੇ ਕੋਲੇ ਮੋਬਾਈਲ ਹੈਗਾ, ਹਰ ਕੋਈ ਬੰਦਾ ਫੇਸਬੁੱਕ ਤੇ ਹੈਗਾ, WhatsApp ਤਾਂ ਖੈਰ ਚਲੋ ਹੁਣ ਇਹ ਤਾਂ ਜਣੇ ਖਣੇ ਕੋਲ ਹੈਗਾ, ਤਾਂ ਇਦਾਂ ਟਰੈਵਲ ਕਰਦਾ ਹੈਗਾ। ਲੇਕਿਨ ਸਵਾਲ ਇਹ ਹੈਗਾ ਕਿ ਉਹ ਉਸ ਚੀਜ਼ ਦਾ ਇਸਤੇਮਾਲ ਜਿਹੜਾ ਇਮੈਜੀਨੇਟਿਵ ਇਸਤੇਮਾਲ ਕਿੰਨਾ ਕਿ ਕ੍ਰੀਏਟਿਵ ਉਹ ਇਹਨਾਂ ਨੂੰ ਕਰਨਾ ਹੁੰਦਾ, ਉਹ ਇਹਨਾਂ ਨੂੰ ਕਰਨਾ ਹੁੰਦਾ। ਹੁਣ ਉਹਦਾ ਜੋ ਤਜਰਬਾ ਇਹਨਾਂ ਦਾ ਬਹੁਤ, ਉਹਦੀ ਵਜ੍ਹਾ ਹੈ ਕਿਉਂ। ਔਰ ਇਹ ਗੱਲ ਇਹ ਵੀ ਇਸ ਜਵਾਬ ਮਿਲੂਗਾ ਤੁਹਾਨੂੰ ਕਿ ਐਡੀ ਛੇਤੀ ਇੰਨੇ ਫੈਲ ਕਿਉਂ ਗਏ ਹੈਗੀ ਹੈ। ਜਿਹੜੀ ਡਿਜੀਟਲ ਟੈਕਨੋਲੋਜੀ ਹੈਗੀ ਹੈ KP ਜੀ, ਇਹ ਜਿਹੜਾ ਫਿਜ਼ੀਕਲ ਇੰਟਰਫੇਸ ਹੈ ਨਾ, ਇਹ ਉਹਨੂੰ ਕੰਪਨਸੇਟ ਕਰਦੀ, ਉਹਦੀ ਮਤਲਬ ਵੀ ਤੁਹਾਨੂੰ ਫਿਜ਼ੀਕਲੀ ਆਮਣੇ ਸਾਹਮਣੇ ਡੋਰ ਟੂ ਡੋਰ। ਆਪਾਂ ਦੇਖਦੇ ਪਹਿਲਾਂ ਪ੍ਰਚਾਰ ਕਿਵੇਂ ਹੁੰਦਾ ਸੀਗਾ, ਜਿਵੇਂ ਹੁਣ ਗੁਜਰਾਤ ਦੇ ਵਿੱਚ ਕਾਂਗਰਸ ਦਾ ਇਹ ਪ੍ਰਭਾਵ ਗਿਆ ਜੀ, ਉਹ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ। ਉਹ ਉਸ ਮਤਲਬ ਵੀ ਟਾਈਮ ਕੰਜ਼ਿਊਮਿੰਗ ਹੈਗਾ। ਇਹਨਾਂ ਕੋਲੇ ਨਾ ਤਾਂ ਟਾਈਮ ਹੈਗਾ ਤੇ ਨਾ ਹੀ ਇਹਨਾਂ ਕੋਲੇ ਮੈਨ ਪਾਵਰ ਇੰਨੀ ਹੈਗੀ ਕਿ ਕੇਡਰ ਬੜਾ ਵੱਡਾ ਹੈਗਾ ਉੱਥੇ, ਇਸ ਕਰਕੇ ਬੜੀ ਇੰਪੋਰਟੈਂਟ ਗੱਲ ਤੁਸੀਂ ਕਹੀ ਹੈ, ਬੜੀ ਇੰਪੋਰਟੈਂਟ ਗੱਲ ਤੁਸੀਂ ਕਹੀ ਹੈ ਵੀ ਗੂਗਲ ਤੇ ਚੱਲੀ ਜਾਓ, ਗਰਾਊਂਡ ਤੇ ਜਾਣ ਦੀ ਲੋੜ ਨਹੀਂ ਨਾ। ਇਹ ਨਹੀਂ ਗੱਲ ਹੈਗੀ। ਹਾਂ, ਗਰਾਊਂਡ ਤੇ ਗੂਗਲ ਤੇ ਵੀ ਜਾਂਦੇ ਹੈਗੇ ਆ, ਗਰਾਊਂਡ ਤੇ ਵੀ ਜਾਂਦੇ ਹੈਗੇ ਆ, ਲੇਕਿਨ ਉਹਨਾਂ ਥਾਵਾਂ ਤੇ ਇਹ ਵਾਕਈ ਤੁਹਾਡੀ ਗੱਲ ਠੀਕ ਹੈ ਜਿੱਥੇ ਇਹਨਾਂ ਦਾ ਸੰਗਠਨ ਹਜੇ ਨਹੀਂ ਹੈਗਾ। ਆਪਣੇ ਗੁਜਰਾਤ ਦੇ ਵਿੱਚ ਵੀ ਮੈਂ ਬਹੁਤ ਹੱਦ ਤੱਕ ਇਸ ਗੱਲ ਨਾਲ ਸਹਿਮਤ ਹੈਗਾ ਕਿ ਉਹਦੇ ਤੇ ਇਹਨਾਂ ਦਾ ਪ੍ਰਚਾਰ ਬਹੁਤ ਹੋਇਆ, ਗਰਾਊਂਡ ਤੇ ਹੋਇਆ। ਤੁਸੀਂ ਦੇਖੋ ਕਿ ਜਿੰਨੇ ਰੋਡ ਸ਼ੋਅ ਇਹਨਾਂ ਨੇ ਕੀਤੇ ਔਰ ਜਿੰਨੇ ਲੋਕਾਂ ਨੇ ਤਾਦਾਦ ਦੇ ਵਿੱਚ ਉਹਨਾਂ ਨੂੰ ਵੇਖਿਆ ਔਰ ਉਹਨਾਂ ਨੇ ਕੈਮਰਾ ਬੰਦ ਕੀਤਾ ਆਪਣੇ ਆਪਣੇ ਮੋਬਾਈਲ ਫੋਨਸ ਦੇ ਉੱਤੇ, ਤਾਂ ਜ਼ਮੀਨ ਤੇ ਗਏ ਤਾਂ ਹੀ ਹੋਇਆ ਹੈਗਾ, ਐਵੇਂ ਤਾਂ ਨਹੀਂ ਹੋਇਆਗਾ। ਲੇਕਿਨ ਜਿਹੜੀ ਸੰਗਠਨ ਦੀ ਗੱਲ ਕਰਦੇ ਜ਼ਮੀਨ ਤੇ ਜਾਣ ਨਾਲ, ਉੱਥੇ ਜਾ ਕੇ ਇਹਨਾਂ ਦਾ BJP ਦੇ ਨਾਲ ਖਾਸ ਕਰਕੇ ਔਰ ਈਵਨ ਕਾਂਗਰਸ, ਉਹ ਕਿਤੇ ਨੇੜੇ ਤੇੜੇ ਵੀ ਹੈ ਨਹੀਂ। ਮੈਂ ਸਵਾਲ ਕਰ ਰਿਹਾ ਸਰ ਵੀ ਜੋ ਤੁਹਾਡਾ ਗਰਾਊਂਡ ਤੇ ਸੰਗਠਨ ਮਜ਼ਬੂਤ ਨਹੀਂ ਹੈਗਾ, ਸੰਗਠਨਾਤਮਕ ਢਾਂਚਾ ਜਿਹੜਾ, ਉਹਦੇ ਲਈ ਤੁਹਾਨੂੰ ਬਹੁਤ ਕੰਮ ਕਰਨਾ ਪਊਗਾ। ਪੰਜਾਬ ਵਿੱਚ ਵੀ ਬੜਾ ਕੰਮ ਕਰਨਾ ਪੈਣਾ, ਹਜੇ ਵੀ ਕੰਮ ਕਰਨਾ ਪੈਣਾ, ਚਾਹੇ ਸਰਕਾਰ ਬਣਾ ਲਈ। ਮੇਰਾ ਸਵਾਲ ਹੈ, ਜਦੋਂ ਤੁਸੀਂ ਸੰਗਠਨ ਬਣਾਉਣਾ ਹੈ ਪਰ ਤੁਸੀਂ ਬਿਹੇਵ ਉਸ ਤਰੀਕੇ ਨਹੀਂ ਕਰਦੇ ਵੀ ਸਾਡੀ ਪਾਰਟੀ ਛੋਟੀ ਹੈ। ਨਹੀਂ, ਇਹ ਕਰਨਾ ਵੀ ਨਹੀਂ ਚਾਹੀਦਾ ਕਿਸੇ ਪਾਰਟੀ ਨੂੰ। ਉਹ ਜ਼ਰੂਰ ਕਿਉਂ ਲੋਕਾਂ ਨੂੰ ਦੱਸਣ ਵੀ ਸਾਡੀ ਪਾਰਟੀ ਛੋਟੀ ਹੈਗੀ। ਪੋਲਿਟਿਕਸ ਪਰਸੈਪਸ਼ਨ ਦਾ ਖੇਲ ਹੈ KP ਜੀ। ਉਹ ਕਿਉਂ ਦੱਸਣਗੇ, ਉਹ ਕਿਉਂ ਕਹਿਣਗੇ ਅਸੀਂ ਛੋਟੀ ਪਾਰਟੀ ਹੈ। ਹਾਂ,
ਇਹ ਤਾਂ ਅਸੀਂ ਲੋਕ ਹੈ ਜਿਹੜੇ ਐਨਾਲਾਈਜ਼ ਕਰਦੇ, ਜੱਜ ਕਰਦੇ, ਔਰ ਅਸੀਂ ਕਹਿੰਦੇ ਕਿ ਦੇਖੋ ਜੀ ਉੱਥੇ ਇੱਕ ਵੱਡੀ ਪਾਰਟੀ, ਹਰੇਕ ਕਿਸੇ ਨੇ ਨਹੀਂ ਕਿਹਾ। ਚਲੋ ਇੱਕ ਹੋਰ ਸਵਾਲ ਕਰ ਲਾਂ ਮੈਂ ਤੁਹਾਨੂੰ। ਹਾਂ, ਹੋ ਸਕਦਾ ਸ਼ਾਇਦ ਇਹ ਤੁਹਾਨੂੰ ਮੇਰਾ ਸਵਾਲ ਪਸੰਦ ਨਾ ਆਵੇ। ਉਹਨਾਂ ਨੂੰ 39 ਲੱਖ ਜਾਂ 40 ਲੱਖ ਵੋਟ ਪਏ ਆ ਗੁਜਰਾਤ ਦੇ ਵਿੱਚ। 41 ਨਾ 41, ਚਲੋ 41 ਲੱਖ ਮੰਨ ਕੇ ਚੱਲਦੇ। 41 ਲੱਖ ਲਈ ਕਿੰਨਾ ਜ਼ੋਰ ਲੱਗਿਆ ਤੇ ਕਿੰਨਾ ਪੈਸਾ ਲੱਗਿਆ? ਦੇਖੋ ਪੈਸੇ ਦਾ ਤਾਂ ਕੋਈ ਇਸ ਤਰ੍ਹਾਂ ਦਾ, ਕਿਉਂਕਿ ਹਲੇ ਉਹ ਇਲੈਕਸ਼ਨ ਕਮਿਸ਼ਨ ਦਾ ਇੱਕ ਤਾਂ ਹੁੰਦਾ ਹੈ। ਆਪੋਜੀਸ਼ਨ ਨੇ ਬਹੁਤ ਵੱਡਾ ਇਲਜ਼ਾਮ ਲਾਇਆ ਸਰ, ਮੈਂ ਉਸ ਕਰਕੇ ਤੁਹਾਨੂੰ ਪੁੱਛ ਰਿਹਾ। ਨਹੀਂ, ਉਹ ਆਪੋਜੀਸ਼ਨ ਦਾ ਇਲਜ਼ਾਮ ਤਾਂ ਮੈਂ ਦੱਸ ਰਿਹਾ ਨਾ ਕੀ ਇਲਜ਼ਾਮ ਲਾਇਆ ਪਾਰਟੀ ਦੇਊਗੀ। ਮੈਂ ਤਾਂ ਉਹਨਾਂ ਨੇ ਜਿਹੜਾ ਇਲਜ਼ਾਮ ਲਾਇਆ, ਤੁਸੀਂ ਉਹਨਾਂ ਨੂੰ ਕਵਰ ਕੀਤਾ, ਮੈਂ ਤਾਂ ਪੁੱਛ ਰਿਹਾ। ਉਹਨਾਂ ਨੇ ਇਲਜ਼ਾਮ ਲਾਇਆ ਕਿ ਜਿਹੜੇ ਚਾਰਟਰ ਚੌਪਰ ਉਸ ਤਰੀਕੇ ਨਾਲ ਵਰਤੇ ਗਏ ਜਿਵੇਂ ਬੀਜੇਪੀ ਵਰਤਦੀ ਸੀਗੀ, ਜਿਹੜੀ ਇਹਨਾਂ ਨੇ ਪੈਸਾ ਕਹਿੰਦੇ ਪੰਜਾਬ ਚੋਂ ਲਿਜਾ ਕੇ ਉੱਥੇ ਬਹੁਤ ਲਾਇਆ। ਮੈਂ ਉਸ ਕਰਕੇ ਤੁਹਾਨੂੰ ਪੁੱਛਦਾ ਪਿਆ, ਕਹਿੰਦੇ ਹਿਮਾਚਲ ਚੋਂ ਦੌੜ ਗਏ। ਮੈਂ ਤਾਂ ਉੱਥੇ ਜੇ ਕਿਸੇ ਨੇ ਮਤਲਬ ਵੀ ਨਾ ਦੇਖੇ ਵੀ ਬੰਦਾ ਉਦਾਂ ਹੀ ਸਰਸਰੀ ਨਜ਼ਰ ਵੀ ਮਾਰੇ, ਤੇ ਬੀਜੇਪੀ ਦੇ ਜਿਹੜੇ ਸਾਧਨ ਹੈ, ਮਤਲਬ ਇਹ ਹੈ ਵੀ 50 ਹੈਲੀਕਾਪਟਰ ਬੀਜੇਪੀ ਦੇ ਤੇ ਇੱਕ ਕੇਜਰੀਵਾਲ ਦਾ ਤੇ ਇੱਕ ਕਾਂਗਰਸ ਆ ਗਿਆ। ਕਾਂਗਰਸ ਦੀ ਵੀ ਦਸ਼ਾ, ਕਿਉਂਕਿ 25 ਸਾਲ ਤੋਂ ਹਾਰ ਰਹੇ ਨੇ, ਉਹਨਾਂ ਦੀ ਫੰਡਿੰਗ ਨਹੀਂ ਹੋ ਰਹੀ। ਇੱਕ ਗੱਲ ਧਿਆਨ 'ਚ ਰੱਖਿਆ ਜੇ ਤੁਸੀਂ, ਸਮਝਣ ਵਾਲੀ ਹੈ ਸਾਡੇ ਸਾਰਿਆਂ ਵਾਸਤੇ, ਜਿਹੜਾ ਗੁਜਰਾਤ ਹੈ, ਜਿੱਥੋਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ, ਪਹਿਲਾਂ ਉੱਥੋਂ 2 ਵਾਰੀ ਮੁੱਖ ਮੰਤਰੀ ਰਹੇ, ਉਸ ਤੋਂ ਬਾਅਦ 2 ਵਾਰੀ ਪ੍ਰਧਾਨ ਮੰਤਰੀ, ਇਸੇ ਗੁਜਰਾਤ ਤੋਂ ਹਿੰਦੁਸਤਾਨ ਦੇ 2 ਸਭ ਤੋਂ ਧਨੀ ਵਿਅਕਤੀ ਗੁਜਰਾਤ ਤੋਂ ਨੇ। ਤੁਸੀਂ ਇਸ਼ਾਰਾ ਸਮਝ ਗਏ ਮੈਂ ਕਿਹਦਾ ਨਾਮ ਲੈਣਾ ਚਾਹੁੰਦਾ, ਠੀਕ ਹੈ ਜੀ। ਇਸ ਦਫਾ ਔਰ ਉਹਨਾਂ ਦਾ ਨਰਿੰਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣੇ ਰਹਿਣ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਆਰਥਿਕ ਮਫਾਦ ਹੈ, ਹਿੱਤ ਹੈ ਇੱਕ ਉਹਨਾਂ ਦਾ। ਕਿਉਂਕਿ ਜਿਸ ਤਰੀਕੇ ਨਾਲ ਉਹ ਗਰੋ ਕੀਤੇ ਨੇ, ਉਸ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਇਹ ਪਿਛਲੇ 7-8 ਸਾਲਾਂ ਵਿੱਚ ਜਦੋਂ ਦੇ ਭਰਾ, ਉਹ ਬਹੁਤ ਜ਼ਿਆਦਾ ਹੋਇਆ। ਕੋਵਿਡ ਕਾਲ ਨੂੰ ਜ਼ਿਆਦਾ ਇੰਪੋਰਟੈਂਟ ਲੈਣਾ ਪਊਗਾ ਸਾਨੂੰ। ਹਾਂ, ਉਹ ਸਾਰੇ ਚ ਹੋਇਆ ਜ਼ਿਆਦਾ, ਉਹਨਾਂ ਨੇ ਗਰੋ ਹੋਇਆ। ਉਹ ਦੂਜੇ ਜਿਹੜੇ ਆਪਣੇ ਅਡਾਨੀ ਸਾਹਿਬ ਤੋਂ ਹੁਣ ਦੁਨੀਆ ਦੇ ਦੂਸਰੇ ਕਹਿੰਦੇ ਧਨੀ ਵਿਅਕਤੀ ਹੈ, ਉਹਨਾਂ ਵੱਲੋਂ ਫੰਡਿੰਗ ਇੱਥੋਂ ਤੱਕ ਮੈਂ ਤੁਹਾਨੂੰ ਦੱਸਦਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸੀਐਮ ਚਿਹਰਾ ਸੀਗੇ ਉਮੀਦਵਾਰ ਈਸੂਦਾਨ ਗੜਵੀ, ਉਹਨਾਂ ਦੀ ਸੀਟ ਤੋਂ, ਅੰਬਾਲੀਆ ਤੋਂ, ਉਹਨਾਂ ਦੇ ਖਿਲਾਫ ਅੰਬਾਨੀ ਪਰਿਵਾਰ ਜਿਹੜਾ ਹੈਗਾ, ਉਹਨਾਂ ਵੱਲੋਂ ਆਮ ਲੋਕ ਕਹਿੰਦੇ ਹੈਗੇ ਨੇ, ਉੱਥੋਂ ਦੇ ਗੁਜਰਾਤ ਦੇ, ਕਿਸੇ ਨੂੰ ਪੁੱਛੋ ਤੁਸੀਂ ਜਾ ਕੇ, ਪੱਤਰਕਾਰ ਕਹਿੰਦੇ, ਠੀਕ ਹੈ ਜੀ, ਕਿ ਉਹਨਾਂ ਨੇ ਉੱਥੇ ਉਹਦੇ ਵਿਰੁੱਧ ਜਿਹੜਾ ਸੀਗਾ, ਉਹਨਾਂ ਦਾ ਕੋਈ ਸ਼ਾਇਦ ਕੋਈ ਰਿਸ਼ਤੇਦਾਰ ਸੀਗਾ, ਕਿਉਂਕਿ ਅਸੀਂ ਤਾਂ ਇੰਨਾ ਜਾਣਦੇ ਨਹੀਂ ਹੈ ਕਿ ਨਾ ਘੁੱਕਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਉੱਥੋਂ ਲੋਕਾਂ ਦਾ ਇਹ ਹੈਗਾ ਕਿ ਜੀ ਉਹਨਾਂ ਦਾ ਰਿਸ਼ਤੇਦਾਰ, ਔਰ ਬਕਾਇਦਾ ਉਸ ਦੀ ਜਿਹੜੀ ਹੈਗੀ ਬਹੁਤ ਵੱਡੀ ਮਦਦ, ਇੰਨੀ ਜ਼ਿਆਦਾ ਫੰਡਿੰਗ ਹੋਈ ਹੈ। ਲੇਕਿਨ ਫਿਰ ਉੱਥੇ ਗੱਲ ਆ ਜਾਂਦੀ ਹੈ ਕਿ ਉਹ ਈਸੂਦਾਨ ਗੜਵੀ ਜਿਹੜਾ ਸੀਐਮ ਚਿਹਰਾ, ਜਿਹੜਾ ਪਹਿਲੀ ਵਾਰੀ ਇਲੈਕਸ਼ਨ ਲੜਿਆ, ਉਹ 68,000 ਵੋਟਾਂ ਲੈ ਕੇ ਜਾ ਰਿਹਾ ਹੈਗਾ ਉੱਥੇ, ਔਰ ਗੁਜਰਾਤ ਦੇ ਵਿੱਚ 68,000 ਵੋਟ ਜਿਹੜੀ ਅਸੈਂਬਲੀ ਦੀ ਬਹੁਤ ਵੱਡੀ ਗੱਲ ਹੈ। ਪਹਿਲੀ ਵਾਰੀ ਦਾ ਇਲੈਕਸ਼ਨ, ਜੀਵਨ ਦਾ ਪਹਿਲਾ ਇਲੈਕਸ਼ਨ ਜਿਹੜਾ, ਉਸ ਤੋਂ ਪਤਾ ਲੱਗਦਾ ਕਿ ਲੋਕਾਂ 'ਚ ਜਿਹੜਾ ਚਿਹਰਾ ਇਹਨਾਂ ਦਾ ਅੱਛਾ ਹੋਵੇ, ਕੈਂਡੀਡੇਟ ਅੱਛੇ ਹੋਣ, ਤਾਂ ਲੋਕਾਂ ਨੇ ਐਕਸੈਪਟ ਕੀਤਾ, ਆਊਟਰਾਈਟਲੀ ਰਿਜੈਕਟ ਨਹੀਂ ਕੀਤਾ। ਮੈਂ ਇੱਕ ਹੋਰ ਛੋਟਾ ਬ੍ਰੇਕ ਲੈ ਰਿਹਾ, ਇੱਕ ਹੋਰ ਬ੍ਰੇਕ ਲੈ ਕੇ ਵਾਪਸ ਆ ਰਹੇ ਹਾਂ। ਰਾਜੂ ਵਿਲੀਅਮ ਤੋਂ ਇਹ ਸਵਾਲ ਵੀ ਲੈਣਾ ਜ਼ਰੂਰੀ ਹੈ, ਕਿਉਂਕਿ ਆਪੋਜੀਸ਼ਨ ਜਿਹੜੇ ਸਵਾਲ ਕਰਦੀ ਹੈ, ਉਹਨਾਂ ਸਵਾਲਾਂ ਨੂੰ ਵੀ ਤਰਜੀਹ ਦੇਣੀ ਪਊਗੀ। ਆਮ ਆਦਮੀ ਜਿਹੜਾ ਸਵਾਲ ਕਰਦਾ, ਉਹਨਾਂ ਸਵਾਲਾਂ ਨੂੰ ਤਰਜੀਹ ਦੇਣੀ ਪਊਗੀ। ਆਪੋਜੀਸ਼ਨ ਕਹਿੰਦੀ ਹੈ ਜਿੱਥੇ ਇੱਥੇ ਕੇਜਰੀਵਾਲ, ਜਿੱਥੇ ਇੱਥੇ ਆਮ ਆਦਮੀ ਪਾਰਟੀ, ਪਿੱਛੇ ਪਿੱਛੇ ਖਾਲਿਸਤਾਨ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਲ ਕਰਦੇ ਹਾਂ। ਰਾਜੂ ਵਿਲੀਅਮ ਜੀ, ਸਵਾਲ ਬੜਾ ਸਿੱਧਾ, ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਗਿਆ ਸੀਗਾ, ਕਹਿੰਦੇ ਜਿੱਥੇ ਇੱਥੇ ਕੇਜਰੀਵਾਲ, ਪਿੱਛੇ ਪਿੱਛੇ ਖਾਲਿਸਤਾਨ, ਇਹਦਾ ਮਤਲਬ ਕੀ ਸਰ? ਮੈਨੂੰ ਇਹ ਲੱਗ ਰਿਹਾ ਹੈਗਾ, ਜਦੋਂ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹਨਾਂ ਨੂੰ ਮੈਂ ਟਰੈਕ ਕਰ ਰਿਹਾ, ਕਿ ਇਹ ਜਿਹੜੀਆਂ ਵਿਰੋਧੀ ਪਾਰਟੀਆਂ, ਉਹਨਾਂ ਦਾ ਇੱਕ ਇਹੋ ਜਿਹਾ ਆਰੋਪ ਹੈ, ਰਾਜਨੀਤਿਕ ਆਰੋਪ ਹੈਗਾ, ਠੀਕ ਹੈ ਜੀ, ਔਰ ਉਸ ਪਰਿਸਥਿਤੀ 'ਚ ਉਹ ਇਹੋ ਜਿਹੀ ਗੱਲ ਕਰਦੇ ਹੁੰਦੇ ਹੈਗੇ ਨੇ, ਕਿਉਂਕਿ ਇਹ ਤੱਥਾਂ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ, ਠੀਕ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਜਿੱਥੋਂ ਕਿਹਾ ਜਾਵੇ ਇਹ। ਉਹ ਨਾਲ 2-3 ਚੀਜ਼ਾਂ ਜੋੜਦੇ ਆ, ਮੈਂ ਤੁਹਾਨੂੰ ਉਹ ਐਡ ਆਨ ਕਰ ਦੇਣਾ। ਇੱਕ ਤਾਂ ਉਹ ਕੇਜਰੀਵਾਲ ਦਾ ਪੁਰਾਣਾ ਕੱਢਦੇ ਰਿਕਾਰਡ ਮੋਗੇ ਵਾਲਾ, ਇੱਕ ਉਹ ਕਹਿੰਦੇ ਆ ਵੀ ਇਹਨਾਂ ਦੇ ਜਿਹੜੇ ਲੀਡਰ ਹੈਗੇ, ਉਹਨਾਂ ਦੇ ਖਾਲਿਸਤਾਨੀ ਨਾਲ ਕੰਟੈਕਟ ਹੈ, ਕਹਿੰਦੇ ਬਾਹਰ ਜਾਂਦੇ ਉੱਥੇ ਵੀ ਉਹਨਾਂ ਨੂੰ ਮਿਲਦੇ ਆ। ਤੀਜੀ ਗੱਲ, ਕੁਮਾਰ ਵਿਸ਼ਵਾਸ ਵਾਲਾ ਐਪੀਸੋਡ ਚੱਕਦੇ ਆ। ਚੌਥਾ, ਹਿਮਾਚਲ ਦੇ ਵਿੱਚ ਜਿਹੜੇ ਝੰਡੇ ਲੱਗਦੇ ਆ, ਉਹਨਾਂ ਦਾ ਐਪੀਸੋਡ ਚੱਕਦੇ ਆ। ਪੰਜਵਾਂ, ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣਦੀ ਹੈ ਪੰਜਾਬ ਵਿੱਚ, ਉਦੋਂ ਗਣਾਉਂਦੇ ਆ ਕਿ ਇੱਥੇ ਖਾਲਿਸਤਾਨ ਦੇ ਝੰਡੇ ਲੱਗਣੇ ਸ਼ੁਰੂ ਹੋ ਗਏ। ਹੁਣ ਬੋਲੋ ਸਰ। ਪਹਿਲੀ ਗੱਲ ਤਾਂ ਇਹ ਹੈ, ਜਿਹੜਾ ਮੋਗੇ ਵਾਲਾ ਉਹ
ਚਲੋ ਮੰਨ ਲੈਂਦੇ ਹਾਂ, ਔਰ ਉਹਦਾ ਇਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ, ਔਰ ਉਹ ਫੈਕਟਰ ਸੀਗਾ ਇੱਕ ਇਹ। ਲੇਕਿਨ 2017 ਤੋਂ ਬਾਅਦ 2022 ਚ ਉਹੀ ਕੇਜਰੀਵਾਲ, ਉਹੀ ਆਮ ਆਦਮੀ ਪਾਰਟੀ, ਲੇਕਿਨ ਲੋਕ ਵਿਸ਼ਵਾਸ ਨਹੀਂ ਕਰਦੇ। ਕਿਹਦੇ ਤੇ ਵਿਸ਼ਵਾਸ ਨਹੀਂ ਕਰਦੇ ਕਿ ਇਹਨਾਂ ਦੇ ਸਭ ਤੋਂ ਜਿਹੜੇ ਨਜ਼ਦੀਕ ਦੇ ਸਾਥੀ ਰਹੇ ਆ ਆਮ ਆਦਮੀ ਪਾਰਟੀ ਪੈਦਾ, ਕੁਮਾਰ ਵਿਸ਼ਵਾਸ, 2 ਦਿਨ ਪਹਿਲਾਂ ਉਹ ਇੱਕ ਸਟੇਟਮੈਂਟ ਦਿੰਦੇ ਜੀ ਇਹ ਮੈਨੂੰ ਇਹਨਾਂ ਨੇ ਕਿਹਾ ਸੀਗਾ ਕਿ ਵੀ ਜੀ ਮੈਂ ਤਾਂ ਖਾਲਿਸਤਾਨ ਦਾ ਬਣੂੰਗਾ ਪ੍ਰਾਈਮ ਮਿਨਿਸਟਰ ਜਿਹੜਾ ਹੈਗਾ, ਮੈਨੂੰ ਕੋਈ ਉਜਰ ਨਹੀਂ ਹੈਗੀ। ਸਿਰਫ 2 ਦਿਨ ਪਹਿਲਾਂ ਕੁਮਾਰ ਵਿਸ਼ਵਾਸ ਜੀ ਨੂੰ ਪਹਿਲਾਂ ਕਹਿੰਦੀ ਨਹੀਂ, ਇਹ ਉਦੋਂ ਗੱਲ ਕੀਤੀ, ਔਰ ਉਸ ਚੀਜ਼ ਤੇ ਬੜਾ ਪ੍ਰਚਾਰ ਕੀਤਾ ਗਿਆ ਵਿਰੋਧੀਆਂ ਵੱਲੋਂ ਨੈਸ਼ਨਲ ਮੀਡੀਆ ਦੇ ਵਿੱਚ ਵੀ, ਲੇਕਿਨ ਪੰਜਾਬ ਦੇ ਲੋਕਾਂ ਨੇ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ। ਠੀਕ ਹੈ। ਦੂਸਰੀ ਇੱਕ ਤੁਸੀਂ ਗੱਲ ਕੀਤੀ ਸੀਗੀ ਕਿ ਹਿਮਾਚਲ ਦੇ ਵਿੱਚ ਝੰਡੇ, ਇਹ ਤੁਸੀਂ ਚੋਣਾਂ ਦੀ, ਚੋਣਾਂ ਤੋਂ ਪਹਿਲਾਂ ਪਹਿਲਾਂ ਜਿਹੜੇ ਲਾ ਗਏ ਸੀਗੇ। ਠੀਕ ਹੈ ਜੀ। ਤੁਸੀਂ ਇਹ ਦੇਖੋ ਕਿ ਇਹ ਗੱਲ ਕਹਿ ਕੌਣ ਰਿਹਾ ਆਮ ਆਦਮੀ ਪਾਰਟੀ ਦੇ ਖਿਲਾਫ। ਮੈਂ ਤੁਹਾਨੂੰ ਇੱਕ ਤਾਜ਼ਾ ਐਗਜ਼ਾਮਪਲ ਦਿੰਦਾ। ਗੁਜਰਾਤ ਚੋਣਾਂ ਦੇ ਵਿੱਚ योगी आदित्यनाथ जी आउंदे ने, एक रैली दे विच कहंदे ने कि एक दिल्ली से नया नमूना आया है, आतंकवाद का हितैषी। दिल्ली तो कौन आया? केजरीवाल। केजरीवाल तो चेहरा है ना, केजरीवाल तो मेन उन्हां दा वोट गेटर है, उन्होंने कह रहे कि जी ये वो आया है। चलो मान लो ये गल आपां, तुसीं केजरीवाल साहब दा ना क्या हैगा, तो ਆਪਾਂ ਇਸੇ ਮੈਂ ਕੇਜਰੀਵਾਲ, ਹਾਲਾਂਕਿ ਭਗਵੰਤ ਮਾਨ ਦੀ ਜਿਹੜੀ ਉੱਥੇ ਵਿਜ਼ਿਬਿਲਟੀ ਹੈਗੀ ਉਹ ਵੀ ਘੱਟ ਨਹੀਂ ਸੀਗੀ ਉੱਥੇ। ਆਤੰਕਵਾਦ ਦਾ ਹਿਤੈਸ਼ੀ। ਉਸ ਤੋਂ ਬਾਅਦ 2 ਦਿਨ ਪਹਿਲਾਂ ਜਦੋਂ ਐਮਸੀਟੀਆਂ ਦਾ ਚੋਣਾਂ ਦੇ ਉੱਤੇ ਵਿਸ਼ਲੇਸ਼ਣ ਹੋ ਰਿਹਾ ਸੀ, ਤਾਂ ਇੱਕ ਨਾਮਚੀਨ ਨੈਸ਼ਨਲ ਟੀਵੀ ਦੇ ਸਟੂਡੀਓ ਦੇ ਵਿੱਚ ਆਪਣੇ ਇੱਕ ਪਗੜੀਧਾਰੀ ਦਿੱਲੀ ਦੇ ਸਿੱਖ ਨੇਤਾ, ਜੋ ਬੀਜੇਪੀ ਦੇ ਵੱਡੇ ਨੇਤਾ ਨੇ, ਠੀਕ ਹੈ ਜੀ, ਔਰ ਪੰਜਾਬ ਮਾਮਲਿਆਂ ਦੇ ਵੀ ਇੰਚਾਰਜ ਰਹੇ ਨੇ ਪਿਛਲੇ ਸਮਿਆਂ ਦੇ ਵਿੱਚ, ਉਹ ਗੱਲ ਕਰਦੇ ਕਰਦੇ ਉੱਥੇ ਆਮ ਆਦਮੀ ਪਾਰਟੀ ਦੇ ਵਕਤਾ ਬੁਲਾਰੇ ਬੈਠੇ ਸੀਗੇ, ਤਾਂ ਉਹ ਆਪਣੀ ਗੱਲ ਕਰਕੇ ਉੱਠਣ ਲੱਗੇ, ਜਾਣ ਲੱਗੇ ਕਿਸੇ ਹੋਰ ਚੈਨਲ 'ਚ ਜਾਣਾ ਹੋ, ਤਾਂ ਉਹ ਜਿਹੜੇ ਬੀਜੇਪੀ ਦੇ ਸਿੱਖ ਨੇਤਾ ਉਹ ਕਹਿੰਦੇ बैठिए बैठिए बैठिए। वो कहते क्या हुआ? कहता ये एक बात बतानी है आपको कि आपका ये जो चैनल का लोगो है ना, इसमें एक तो नीला रंग है और एक पीला रंग है, और ये आदरणीय जो आम आदमी पार्टी के हैं, मेरे मित्र हैं, इन्होंने जो जैकेट पहनी हुई है वो भी नीली है, अंदर से वो पीली है। कहता ये खालिस्तानियों का रंग है। 2 दिन पहला कह रहा है बीजेपी का सिख नेता दिल्ली का, और उत्थे वो कह रहे हैं। ਇਹ ਕਿਉਂ ਕਹਿ ਰਹੇ ਨੇ? ਮੈਂ ਉਹਨਾਂ ਦਿਨਾਂ 'ਚ ਉੱਥੇ ਦੇਖਿਆ, ਇਹ ਪਹਿਲੀ ਵਾਰੀ ਗੁਜਰਾਤ ਦੀਆਂ ਚੋਣਾਂ 1960 ਤੋਂ ਜਦੋਂ ਗੁਜਰਾਤ ਪਹਿਲੀ ਵਾਰੀ ਚੋਣਾਂ ਦੇ ਵਿੱਚ ਇੰਨੀ ਵੱਡੀ ਤਾਦਾਦ ਦੇ ਵਿੱਚ ਪਗੜੀਧਾਰੀ, ਦਸਤਾਰਧਾਰੀ ਪੰਜਾਬੀ, ਖੁੱਲੀਆਂ ਦਾੜੀਆਂ, ਬੰਨੀਆਂ ਦਾੜੀਆਂ, ਠੀਕ ਹੈ ਜੀ, ਉਹ ਪੀਲੀਆਂ ਪੱਗਾਂ ਉੱਥੇ ਮੈਂ ਠਾਠਾ ਮਾਰਦੇ ਦਿਸੇ ਉੱਥੇ। ਉਹ ਪਹਿਲੀ ਵਾਰੀ ਤਾਂ ਇਸ਼ਾਰਾ ਕਿੱਧਰ ਸੀਗਾ? ਇਤਿਹਾਸ ਵੀ ਤਾਂ ਹੈਗਾ ਨਾ, ਜਿਹੜੀਆਂ ਤੁਸੀਂ ਪਹਿਲੀਆਂ ਗੱਲਾਂ ਗਣਾਈਆਂ ਕਿ 2017 ਦੇ ਵਿੱਚ ਕੇਜਰੀਵਾਲ ਨੂੰ 2000 ਇਹਨਾਂ ਨੇ ਵੀ ਕਿਹਾ ਹੈਗਾ ਉੱਥੇ ਹਿਮਾਚਲ ਦੇ ਵਿੱਚ ਵੀ। ਇਹ ਗੱਲ ਜੁੜਦੀ ਕਿੱਥੇ ਜਾ ਕੇ ਹੈ? ਇਹ ਅੱਛਾ, ਜਾਂ ਫਿਰ ਤੱਥ ਦਿਖਾਓ ਕੋਈ ਕਿ ਵੀ ਅਰਵਿੰਦ ਕੇਜਰੀਵਾਲ ਦੀ ਫੰਡਿੰਗ, ਇਹ ਕਹਿਣਾ ਜੀ ਉੱਥੇ ਜਾ ਕੇ ਮਿਲਦੇ ਆ, ਕਿੰਨੇ ਵੇਖਿਆ ਬਈ? ਨਹੀਂ ਜਦੋਂ ਖਾਲਿਸਤਾਨ ਗਰਾਊਂਡ ਤੇ ਨਹੀਂ ਹੈਗਾ, ਗਰਾਊਂਡ ਤੇ ਦੀ ਕੋਈ ਗੱਲ ਨਹੀਂ। ਹੋਰ ਦੱਸਦਾ ਤੁਹਾਨੂੰ, ਫਿਰ ਸਾਡਾ ਨੈਸ਼ਨਲ ਮੀਡੀਆ ਉਸ ਨੂੰ ਹਾਈਪ ਕਿਉਂ ਦਿੰਦਾ? ਫਿਰ ਆਪੋਜੀਸ਼ਨ ਉਹਨੂੰ ਹਾਈਪ ਕਿਉਂ ਦਿੰਦੀ ਹੈ? ਨੈਸ਼ਨਲ ਮੀਡੀਆ KPG ਕਿਤੇ ਕਿਸੇ ਤੋਂ ਲੁਕਿਆ ਨਹੀਂ ਹੈਗਾ ਕਿ ਨੈਸ਼ਨਲ ਮੀਡੀਆ ਕਿਹਦੀ ਗੱਲ ਕਰਦਾ ਹੈਗਾ। ਨਹੀਂ, ਗੁਜਰਾਤ ਵਿੱਚ ਤਾਂ ਖਾਲਿਸਤਾਨ ਦੀ ਗੱਲ ਨਹੀਂ ਹੋਈ ਕਿਤੇ। ਗੁਜਰਾਤ ਵਿੱਚ ਮੈਂ ਤੁਹਾਨੂੰ ਖਾਲਿਸਤਾਨ ਦੀ ਗੱਲ ਨਹੀਂ ਕਰ ਰਿਹਾ, ਯੋਗੀ ਆਦਿੱਤਿਆਨਾਥ ਉੱਥੇ ਆ ਕੇ ਕਹਿ ਰਿਹਾ ਹੈਗਾ ਕਿ ਭਾਈ ਇਹ ਆਤੰਕਵਾਦ ਦਾ ਹਿਤੈਸ਼ੀ। ਨਹੀਂ, ਉਹ ਨਾਲ ਐਗਜ਼ਾਮਪਲ ਦਿੰਦੇ ਨਾ ਸਰ, ਉਹ ਐਗਜ਼ਾਮਪਲ ਦਿੰਦੇ ਆ, ਉਹ ਕਹਿੰਦੇ ਸਰਜੀਕਲ ਸਟ੍ਰਾਈਕ ਦੇ ਨੇ ਸਬੂਤ ਮੰਗੇ ਸੀ ਅਰਵਿੰਦ ਕੇਜਰੀਵਾਲ ਨੇ, ਤਾਂ ਅਸੀਂ ਕਹਿੰਦੇ ਆ ਨਹੀਂ ਸਰਜੀਕਲ, ਉਹਦਾ ਆਪਸ ਵਿੱਚ ਕੀ ਲੈਣਾ ਦੇਣਾ ਦੋਨਾਂ ਗੱਲਾਂ ਦਾ? ਗੱਲ ਤਾਂ ਖਾਲਿਸਤਾਨ ਦੀ, ਔਰ ਬੜਾ ਗੰਭੀਰ ਮੁੱਦਾ ਹੈ ਇਹ, ਇਲਜ਼ਾਮ ਬੜਾ ਗੰਭੀਰ ਹੈ ਇਹ। ਇਹਦਾ ਸਰਜੀਕਲ ਸਟ੍ਰਾਈਕ ਨਾਲ ਕੀ ਲੈਣਾ ਦੇਣਾ ਹੈਗਾ? ਇਹਦਾ ਕੋਈ ਤਾਲੁਕ ਨਹੀਂ ਹੈਗਾ। ਇਹ ਆਪਣੇ ਆਪ ਦੇ ਵਿੱਚ ਜੇ ਇਹ ਗੱਲ ਸਹੀ ਹੈ ਤਾਂ ਇਹ ਬਹੁਤ ਖਤਰਨਾਕ ਗੱਲ ਹੈ। ਲੇਕਿਨ ਸਵਾਲ ਹੈਗਾ ਕਿ ਮੈਂ ਇਸ ਕਰਕੇ ਕਹਿਣਾ, ਮੈਨੂੰ ਤਾਂ ਹਾਲੇ ਤੱਕ ਕੋਈ ਲੱਭਿਆ ਨਹੀਂ ਹੈਗਾ
ਕਿ ਵੀ ਇਹਨਾਂ ਦਾ ਕੋਈ ਇਹੋ ਜੀ ਸਪੋਰਟ ਫੰਡਿੰਗ ਜਿਹੜੀ ਹੈ ਪੂਰੀ ਤੱਥਾਂ ਦੇ ਆਧਾਰਿਤ ਹੋਵੇ। ਇਹ ਰਾਜਨੀਤਿਕ ਹੈਗਾ। ਅੱਛਾ, ਉਹਦੇ 'ਚ ਮੈਂ ਹੁਣ ਕੀ ਯਾਰ, ਕਿਉਂਕਿ ਮੈਂ ਪੰਜਾਬੀ ਹਾਂ, ਪੰਜਾਬ ਤੋਂ ਮੈਂ ਗੁਜਰਾਤ ਗਿਆ, ਮੈਂ ਤਾਂ ਸਮਝਦਾ ਸੀਗਾ ਉੱਥੋਂ ਦੇ ਪਤਾ ਨਹੀਂ WhatsApp ਗਰੁੱਪਾਂ 'ਚ ਕੀ ਚਲਾਇਆ ਇਹਨਾਂ ਨੇ। ਹਿਮਾਚਲ ਵਾਲੇ ਵੀ ਕਹਿੰਦੇ, ਮੈਂ ਹਿਮਾਚਲ ਜਾ ਕੇ ਆਇਆ, ਹਿਮਾਚਲ ਵਾਲੇ ਕਹਿੰਦੇ ਸਾਨੂੰ ਪਤਾ ਇੱਥੇ ਖਾਲਿਸਤਾਨ ਦਾ ਐਵੇਂ ਰੋਲਾ ਪਾਇਆ ਨਾ, ਕੋਈ ਹੈ ਨਹੀਂ ਕਰਾਉਂਦਾ, ਹੈ ਨਹੀਂ ਹੈਗਾ। ਠੀਕ ਹੈ, ਮੈਂ ਤੁਹਾਨੂੰ ਦੱਸ ਰਿਹਾ। ਤਾਂ ਇਹ ਇੱਕ ਦੇਖੋ, ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਇਹ ਗੱਲ ਸਾਰੀਆਂ ਪਾਰਟੀਆਂ, ਨੈਸ਼ਨਲ ਪਾਰਟੀਆਂ, ਇਹ ਕਾਂਗਰਸ ਵੀ ਤੇ ਹੁਣ ਬੀਜੇਪੀ, ਪੰਜਾਬ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ ਖਾਲਿਸਤਾਨ ਦੇ ਨਾਲ ਜੋੜਨਾ, ਇਹਦੇ ਨਾਲ ਬਾਕੀ ਦੇ ਹਿੰਦੁਸਤਾਨ ਦੇ ਵਿੱਚ ਇਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਕੰਸੋਲੀਡੇਟ ਹੁੰਦੀਆਂ। ਪੋਲਰਾਈਜੇਸ਼ਨ, ਇਹਨੂੰ ਪੋਲਰਾਈਜੇਸ਼ਨ, ਧਰੂਵੀਕਰਨ ਇਹ ਹੈ। ਔਰ ਇਹ ਕਦੋਂ ਕਿਹਾ ਉਹਨਾਂ ਨੇ? ਦੇਖੋ, ਮੈਂ ਇੱਕ ਹੋਰ ਗੱਲ ਕਰ ਰਿਹਾ ਸੀਗਾ ਕਿ ਬੜਾ ਕੋਈ ਪੁਲਿਸ ਵਾਲੇ ਸਾਡੇ ਆਫੀਸਰ ਦੋਸਤ ਮਿੱਤਰ ਸੀਗੇ, ਤੇ ਬਈ ਆ ਹੋ ਰਿਹਾ ਲਾਅ ਐਂਡ ਆਰਡਰ ਠੀਕ ਨਹੀਂ ਹੈ, ਸਾਰੇ ਕਾਂਗਰਸ ਵਾਲੇ ਵੀ ਕਹਿ ਰਹੇ, ਦੂਜੇ ਆ ਕੱਲ ਪਰਸੋਂ ਉਹਨਾਂ ਨੇ ਬਾਜਵਾ ਸਾਹਿਬ ਨੇ ਕਹਿ ਦਿੱਤਾ ਕਿ ਜੀ ਪ੍ਰਤਾਪ ਬਾਜਵਾ ਜੀ ਕਤਲੋ ਗਾਰਤ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ ਪੰਜਾਬ ਦੇ ਵਿੱਚ ਹੈਗਾ। ਹੁਣ ਇਹਨਾਂ ਦੀ ਸਮੱਸਿਆ ਇਹ ਸੀਗੀ, ਠੀਕ ਹੈ ਜੀ, ਹਾਲਾਂਕਿ ਇਹ ਕੋਈ ਐਕਸਕਿਊਜ਼ ਨਹੀਂ ਹੈਗਾ ਭਗਵੰਤ ਮਾਨ ਜੀ ਦੀ, ਵੀ ਜੇ ਇੱਥੇ ਕੋਈ ਇਹੋ ਜਿਹਾ ਡਰੈਸਟਿਕ ਐਕਸ਼ਨ ਲੈਂਦੇ ਆ ਤਾਂ ਨੈਚੁਰਲੀ ਉਹਦੀ ਖਬਰ ਤਾਂ ਬਣੂਗੀ। ਜਦੋਂ ਖਬਰ ਬਣੂਗੀ ਤਾਂ ਮੀਡੀਆ ਬੈਠਾ ਹੈਗਾ ਉਹਨਾਂ ਦਾ ਇਸ ਨੂੰ ਚੁੱਕਣ ਵਾਸਤੇ। ਤਾਂ ਇਹਨਾਂ ਨੂੰ ਲੱਗਦਾ ਸੀ ਵੀ ਗੁਜਰਾਤ 'ਚ ਸਾਡੇ ਖਿਲਾਫ ਨਾ ਇਹ ਹੋਣ। ਹੁਣ ਤੁਸੀਂ ਦੇਖਿਆ ਕਿ ਉਹ ਇੱਕ ਦੋ ਜਿਹੜੇ ਆ ਈਸਾਈ ਭਾਈਚਾਰੇ ਦਾ ਤੇ ਦੂਜੇ ਰੈਡੀਕਲ ਜਿਹੜੇ ਆਪਣੇ ਸੀਗੇ ਇਹ, ਉਹਨਾਂ ਦਾ ਹੁਣ ਉਹ ਕਿੱਥੇ ਗਿਆ? ਜਿਵੇਂ ਗੁਜਰਾਤ ਦਾ ਇਲੈਕਸ਼ਨ ਖਤਮ ਹੋਇਆ। ਚਲੋ, ਇੱਕ ਤੁਸੀਂ ਬੜਾ ਇੰਪੋਰਟੈਂਟ ਸਵਾਲ ਚੁੱਕਿਆ ਧਰੂਵੀਕਰਨ ਵਾਲਾ, ਮੈਂ ਵਾਪਸ ਆ ਰਿਹਾ, ਇੱਕ ਛੋਟਾ ਬ੍ਰੇਕ ਲਵਾਂਗੇ, ਫਿਰ ਤੋਂ ਵਾਪਸ ਆਵਾਂਗੇ। ਧਰੂਵੀਕਰਨ ਦਾ ਜਿਹੜਾ ਇਸ਼ੂ ਚੱਕਿਆ ਜਾ ਰਿਹਾ ਉਹਦੀ ਗੱਲ ਵੀ ਕਰਾਂਗੇ। ਆਮ ਆਦਮੀ ਪਾਰਟੀ ਧਰੂਵੀਕਰਨ ਦੇ ਮੁੱਦੇ ਤੇ ਕਿੱਥੇ ਖੜੀ ਹੈ ਤੇ ਭਗਵੰਤ ਮਾਨ ਦੀ ਸਰਕਾਰ, ਭਗਵੰਤ ਮਾਨ ਖੁਦ ਚਲਾ ਰਹੀ ਹੈ ਜਾਂ ਦਿੱਲੀ ਤੋਂ ਚੱਲ ਰਹੀ ਹੈ, ਇਲਜ਼ਾਮ ਵਿਰੋਧੀ ਲਗਾਉਂਦੇ ਆ ਤੇ ਰਾਜੂ ਵਿਲੀਅਮ ਤੋਂ ਇਹਨਾਂ ਦਾ ਜਵਾਬ ਜ਼ਰੂਰ ਲਵਾਂਗੇ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੁਸੀਂ ਧਰੂਵੀਕਰਨ ਦਾ ਸਵਾਲ ਕੀਤਾ ਸੀਗਾ। ਧਰੂਵੀਕਰਨ ਦੀ ਰਾਜਨੀਤੀ ਆਮ ਆਦਮੀ ਪਾਰਟੀ ਨਹੀਂ ਕਰਦੀ? ਨਹੀਂ। ਮੈਂ ਦੋ ਤਿੰਨ ਤੁਹਾਨੂੰ ਸਵਾਲ ਰੱਖਦਾ। ਜਦੋਂ ਇਹ ਉੱਤਰਾਖੰਡ ਵਿੱਚ ਜਾਂਦੇ ਆ, ਕਹਿੰਦੇ ਹਿੰਦੂਆਂ ਦੀ ਅਧਿਆਤਮਿਕ ਰਾਜਧਾਨੀ ਬਣਾਵਾਂਗੇ ਅਸੀਂ। ਗੋਆ ਵਿੱਚ ਜਾਂਦੇ ਆ, ਉੱਥੇ ਉਹ ਅਲੱਗ ਤਰ੍ਹਾਂ ਦੀ ਪੋਲਿਟਿਕਸ ਕਰਦੇ ਆ। ਪੰਜਾਬ ਵਿੱਚ ਆਉਂਦੇ ਆ, ਕਹਿੰਦੇ CM ਫੇਸ ਆ, ਸਿੱਖ ਫੇਸ ਹੋਊਗਾ। ਦਿੱਲੀ ਦੇ ਵਿੱਚ ਇਹ ਮੌਲਵੀਆਂ ਦੇ ਲਈ ਉਹ ਦਿੰਦੇ। ਜਦੋਂ ਇਹੋ ਜਿਹੇ ਸਵਾਲ ਚੁੱਕੇ ਜਾਂਦੇ ਆ ਕਿ ਇਹ ਧਰੂਵੀਕਰਨ ਦੀ ਪੋਲਿਟਿਕਸ ਨਹੀਂ ਹੈਗੀ? ਨਹੀਂ। ਦੂਜਾ ਨਾਲ ਐਡ ਕਰਦਾ, ਸ਼ਹੀਨ ਬਾਗ ਤੇ ਇਹ ਨਹੀਂ ਬੋਲਦੇ, ਬਿਲਕਿਸ ਬਾਨੋ ਤੇ ਇਹ ਨਹੀਂ ਬੋਲਦੇ, ਬੰਦੀ ਸਿੱਖਾਂ ਤੇ ਇਹ ਨਹੀਂ ਬੋਲਦੇ। ਹੁਣ ਦੱਸੋ ਸਰ। ਦੇਖੋ, ਸ਼ਹੀਨ ਬਾਗ, CAA, ਬੰਦੀ ਸਿੱਖਾਂ ਤੇ ਇਹਨਾਂ ਦੀ ਸਾਇਲੈਂਸ ਸਟ੍ਰੈਟੇਜਿਕ ਹੈਗੀ ਹੈ। ਉਹਦਾ ਜਵਾਬ ਤਾਂ ਇਹ ਦੇਣਗੇ ਕਿਉਂ ਨਹੀਂ ਬੋਲਦੇ, ਬੋਲਣਾ ਚਾਹੀਦਾ। ਮੈਂ ਪਾਰਟੀ ਦਾ ਕੋਈ ਸਪੋਕਸਪਰਸਨ ਨਹੀਂ ਹੈਗਾ, ਮੈਂ ਕਿ ਇੱਕ ਵਿਸ਼ਲੇਸ਼ਕ ਦੇ ਨੁਕਤਾ ਨਜ਼ਰ ਤੋਂ ਇਸ ਨੂੰ ਦੇਖਦਾ ਹਾਂ। ਬੋਲਣਾ ਚਾਹੀਦਾ ਨਾ? ਹਾਂ, ਬੋਲਣ ਨੂੰ। ਉਹਨਾਂ ਨੂੰ ਲੱਗਦਾ ਕਿ ਨਹੀਂ ਬੋਲਣਾ, ਪਰ ਜੋ ਮੈਨੂੰ ਲੱਗਦਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਕਿਉਂ। ਲੇਕਿਨ ਮੈਂ ਉੱਥੇ ਧਰੂਵੀਕਰਨ ਵਾਲੀ ਤੇ ਉਸ ਤੇ ਗੱਲ ਤੇ ਨਹੀਂ, ਇਹ ਧਰੂਵੀਕਰਨ ਦੀ ਪੋਲਿਟਿਕਸ ਨਹੀਂ, ਨਾ ਬੋਲਣਾ। ਕਿਹੜਾ ਨਾ ਬੋਲਣਾ ਧਰੂਵੀਕਰਨ ਦੀ ਪੋਲਿਟਿਕਸ ਨਹੀਂ? ਨਹੀਂ, ਇਹ ਨਾ ਖਾਸ ਕਰਕੇ ਜਦੋਂ ਇਲੈਕਸ਼ਨਸ ਵਗੈਰਾ ਦੇ ਧਿਆਨ 'ਚ ਰੱਖ ਕੇ ਇਹ ਇੱਕ ਸਟ੍ਰੈਟੇਜਿਕ ਸਰ ਇਲੈਕਸ਼ਨ ਦੇ ਚੱਲਦੇ ਰਹਿਣੇ, ਬੰਦੀ ਸਿੱਖਾਂ ਦਾ ਮੁੱਦਾ ਅੱਜ ਤੱਕ ਮੈਂ ਦੱਸਦਾ ਨਾ, ਸ਼ਹੀਨ ਬਾਗ ਅੱਜ ਤੱਕ ਮੈਂ ਤੁਹਾਨੂੰ ਦੱਸ ਰਿਹਾ ਕੀ ਹੈ। ਹਾਂਜੀ, ਦੇਖੋ, ਸ਼ਹੀਨ ਬਾਗ ਦੇ ਖਿਲਾਫ ਨਹੀਂ ਬੋਲੇ ਇਹ, ਠੀਕ ਹੈ, ਉੱਥੇ ਨਹੀਂ ਬੋਲੇ। CA ਦੇ ਖਿਲਾਫ ਨਹੀਂ ਬੋਲੇ। ਕਹਿਣ ਦਾ ਮਤਲਬ ਸਾਡੀ ਜਿਹੜੀ ਮਾਈਨੋਰਿਟੀ ਹੈ ਉਹਦੇ ਹੱਕ 'ਚ ਇਹਨਾਂ ਨੂੰ ਬੋਲਣਾ ਚਾਹੀਦਾ ਸੀ। ਅਗਰ ਤੁਸੀਂ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਦੀ ਜਿਹੜੀ ਪੋਲਿਟਿਕਸ ਹੈ ਉਹ ਕਿਉਂ ਸਕਸੀਡ ਹੋ ਰਹੀ ਹੈ, ਉਹ BJP ਨੂੰ ਕਿਉਂ ਮਾਤ ਦੇ ਰਹੇ ਨੇ, ਕਾਂਗਰਸ ਕਿਉਂ ਨਹੀਂ ਦੇ ਪਾ ਰਹੀ? ਹਾਲੀਆ ਆਪਾਂ ਇਲੈਕਸ਼ਨਸ ਦੇਖੀਏ, ਚਾਹੇ ਪੰਜਾਬ ਦਾ ਲੈ ਲਓ, ਚਾਹੇ ਦਿੱਲੀ ਦਾ, ਤਾਂ ਲਗਾਤਾਰ ਹੀ ਉਹਨਾਂ ਨੇ ਕਰ ਦਿੱਤਾ। ਕਿਉਂ ਨਹੀਂ ਮਾਤ ਦੇ ਰਹੀ? ਜੇ ਭਾਜਪਾ ਧਰੂਵੀਕਰਨ ਦੀ ਰਾਜਨੀਤੀ ਹਿੰਦੁਸਤਾਨ 'ਚ ਕਰ ਰਹੀ ਹੈਗੀ ਹੈ ਤਾਂ ਉਹਦਾ ਜਿਹੜੀ ਵਿਰੋਧਤਾ ਹੈਗੀ ਹੈ ਉਹਦੀ ਕਾਟ ਕਾਂਗਰਸ ਪਾਰਟੀ ਜਿਹੜੀ ਕਹਿੰਦੇ ਕਿ ਉਹ ਸੈਕੂਲਰ ਐਂਗਲ ਤੋਂ ਕਰ ਰਹੇ ਨੇ। ਠੀਕ ਹੈ ਜੀ, ਜਦੋਂ ਸੈਕੂਲਰਿਜ਼ਮ ਦੀ ਗੱਲ ਕਰਦੇ ਹੈਗੇ ਤਾਂ ਉਦੋਂ ਮਿਨੋਰਿਟੀਜ਼ ਵਿੱਚ ਆ ਜਾਂਦੀਆਂ ਹੈਗੀਆਂ ਨੇ। ਮੈਜੋਰਿਟੀ ਮਿਨੋਰਿਟੀ ਬਰਾਬਰ ਹੈਗਾ, ਉਹਨਾਂ ਦਾ ਕੋਈ ਫਰਕ ਨਹੀਂ ਹੋਣਾ, ਕਿਸੇ ਦਾ ਵੀ ਤਫਰਕਾ ਨਹੀਂ ਹੋਣਾ ਚਾਹੀਦਾ। ਸੈਕੂਲਰ ਪੋਲਿਟਿਕਸ ਤੇ ਇਹ ਹੈਗੀ ਹੈ ਨਾ। ਲੇਕਿਨ ਧਰੂਵੀਕਰਨ ਇਹੀ ਹੈਗੀ ਹੈ ਕਿ ਵੀ ਇਹ ਤੁਸੀਂ ਜਿਹੜੀ ਮੈਜੋਰਿਟੀ ਹੈਗੀ ਹੈ, ਰਿਲੀਜੀਅਸ ਆਇਡੈਂਟੀਟੀ ਵਾਲੇ ਲੋਕ ਜਿਨ੍ਹਾਂ ਦੀ ਮੈਜੋਰਿਟੀ ਹੈ, ਤੁਸੀਂ ਸਿਰਫ ਉਹਨਾਂ ਦੇ ਹਿੱਤਾਂ ਦੀ ਗੱਲ ਕਰਦੇ ਹੈਗੇ ਆ, ਤਾਂ ਇਹ ਮੈਜੋਰਿਟੇਰੀਅਨਿਜ਼ਮ ਹੈ, ਇਹ ਧਰੂਵੀਕਰਨ ਹੈਗਾ ਔਰ ਇਹੀ ਕਮਿਊਨਲਿਜ਼ਮ ਹੈਗਾ। ਫਿਰਕਾ ਪ੍ਰਸਤੀ ਵੀ ਇਹੀ ਹੈਗੀ ਹੈ। ਲੇਕਿਨ ਤੁਸੀਂ ਜੇ ਧਿਆਨ ਨਾਲ ਦੇਖੋ ਕਿ ਦੋ ਚੀਜ਼ਾਂ ਹੁੰਦੀਆਂ ਨੇ KP ਜੀ, ਇੱਕ ਤਾਂ ਹੁੰਦਾ ਧਾਰਮਿਕ ਹੋਣਾ, ਧਾਰਮਿਕ ਸਿੰਬਲਸ ਨੂੰ ਇਸਤੇਮਾਲ ਕਰਨਾ, ਉਹ ਸਾਰੇ ਕਰਦੇ ਨੇ। ਅਕਾਲੀ ਪੋਲਿਟਿਕਸ ਸਾਰੀ ਉਹਦੇ ਤੇ ਬੇਸ ਸੀ।
ਕਾਂਗਰਸ ਵਾਲੇ ਵੀ ਕਰਦੇ ਰਹੇ ਨੇ, ਤੇ ਕੋਈ ਪਾਰਟੀ ਇਹੋ ਜਿਹੀ ਇਹਨਾਂ ਨੇ ਵੀ ਕਰੰਸੀ ਦੀ ਗੱਲ ਕੀਤੀ ਨਾ। ਮੈਂ ਉਹੀ ਤਾਂ ਕਹਿਣਾ ਨਾ ਕਿ ਉਹ ਸਿੰਬਲਸ ਦਾ ਇਸਤੇਮਾਲ ਕਰਨਾ। ਦੋ ਚੀਜ਼ਾਂ ਹੁੰਦੀਆਂ, ਇਹਦਾ ਵਖਰੇਵਾਂ ਕਰਨਾ ਬਹੁਤ ਜ਼ਰੂਰੀ ਹੈ। ਉਹ ਹੈਗਾ ਹੈ ਕਿ ਭਾਈ ਧਾਰਮਿਕਤਾ ਤੇ ਫਿਰਕਾ ਪ੍ਰਸਤੀ, ਅੰਗਰੇਜ਼ੀ 'ਚ ਟੂ ਬੀ ਰਿਲੀਜੀਅਸ ਐਂਡ ਟੂ ਬੀ ਕਮਿਊਨਲ, ਇਹਨਾਂ ਦੋਹਾਂ ਚੀਜ਼ਾਂ 'ਚ ਇੱਕ ਗੁਣਾਤਮਕ ਅੰਤਰ ਹੈਗਾ। ਕਿਸੇ ਵੀ ਰਾਜਨੀਤੀ 'ਚੋਂ, ਹਿੰਦੁਸਤਾਨ ਦੀ ਰਾਜਨੀਤੀ ਤੋਂ ਤੁਸੀਂ ਧਰਮ ਨੂੰ ਬੇਦਖਲ ਨਹੀਂ ਕਰ ਸਕਦੇ। ਮੈਂ ਸਿੱਧਾ ਸਵਾਲ ਕਰਨਾ, ਮੈਂ ਤੁਹਾਡੀ ਗੱਲ ਸਮਝ ਗਿਆ ਵੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਧਰਮ ਦੇ ਨਾਂ ਤੇ ਰਾਜਨੀਤੀ ਕਰਦੀ ਹੈ ਪਰ ਕਮਿਊਨਿਜ਼ਮ ਨਹੀਂ ਕਰਦੀ। ਬਿਲਕੁਲ ਫਰਕ ਹੈਗਾ। ਉਹਦੀ ਮੈਂ ਇੱਕ ਮਿੰਟ ਕਿਉਂ ਕਹਿ ਰਿਹਾ ਮੈਂ ਕਿ ਜੇ ਉਹ ਸੀਏ ਦੇ ਖਿਲਾਫ ਨਹੀਂ ਬੋਲਦੀ ਜਾਂ ਉੱਥੇ ਨਹੀਂ ਬੋਲਦੀ, ਲੇਕਿਨ ਉਹ ਤੁਸੀਂ ਪ੍ਰੈਕਟੀਕਲੀ ਦੇਖੋ ਕਿ ਉਹ ਮੁਸਲਮਾਨਾਂ ਦੇ ਨਾਲ ਕੋਈ ਤਫਰਕਾ ਨਹੀਂ ਕਰ ਰਹੇ ਹੈਗੇ। ਉਹਨਾਂ ਨੂੰ ਐਮਐਲਏ ਦੀ ਟਿਕਟ ਦੇ ਰਹੇ ਨੇ, ਉਹਨਾਂ ਨੂੰ ਉਹ ਮੰਤਰੀ ਬਣਾ ਰਹੇ ਨੇ, ਠੀਕ ਹੈ ਜੀ। ਔਰ ਜੋ ਦਿੱਲੀ ਦੇ ਵਿੱਚ ਉਹਨਾਂ ਨੇ ਆਪਣੀਆਂ ਜੋ ਫ੍ਰੀ ਬੀਜ਼ ਹੈ, ਜੋ ਸਹੂਲਤ ਹੈ, ਉਹਦੇ 'ਚ ਇਹ ਨਹੀਂ ਤਫਰਕਾ ਕਰ ਰਹੇ ਨੇ। ਸਿੱਖ ਮੰਤਰੀ ਹੈ ਉੱਥੇ ਕਿਤੇ ਦਿੱਲੀ 'ਚ? ਦਿੱਲੀ ਦੇ ਵਿੱਚ ਸਿੱਖ ਮੰਤਰੀ ਮੇਰਾ ਖਿਆਲ ਨਹੀਂ ਹੈਗਾ, ਉਹਨਾਂ ਇਸ ਵੇਲੇ ਨਹੀਂ ਹੈਗਾ। ਫਿਰ ਉਹ ਮਿਨੋਰਟੀ ਸਵਾਲ ਨਾ ਕਰੇ? ਨਹੀਂ, ਸਵਾਲ ਇਹ ਹੈਗਾ, ਦੇਖੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈਗੀਆਂ ਕਿ ਬਈ ਜ਼ਰੂਰੀ ਨਹੀਂ ਹੁੰਦਾ ਹੈਗਾ, ਬਾਕੀ ਉਹਨਾਂ ਦੀ ਹੈਗੀ ਹੈ, ਮੈਂ ਉਹਦੇ ਤੇ ਕੋਈ ਜੱਜਮੈਂਟ ਨਹੀਂ ਪਾਸ ਕਰ, ਕੋਈ ਜ਼ਰੂਰੀ ਨਹੀਂ ਹੁੰਦਾਗਾ ਅਵੇਲੇਬਿਲਟੀ। ਹੁਣ ਜਿਵੇਂ ਸਰਦਾਰ ਜਰਨੈਲ ਸਿੰਘ, ਪੰਜਾਬ ਦੇ ਦੋ ਬੰਦੇ, ਇੱਕ ਤਾਂ ਜਰਨੈਲ ਸਿੰਘ ਜੀ ਜਿਹੜੇ ਵਿਚਾਰੇ ਫੌਤ ਹੋ ਗਏ ਨੇ, ਉਸ ਤੋਂ ਬਾਅਦ ਜਿਹੜੇ ਹੁਣ ਉਹਨਾਂ ਦੇ ਐਮਐਲਏ ਹੈਗੇ ਨੇ, ਉਹ ਪੰਜਾਬ ਦੇ ਉਹਨਾਂ ਨੇ ਪ੍ਰਭਾਰੀ ਬਣਾਏ ਹੋਏ ਨੇ, ਠੀਕ ਹੈ ਜੀ। ਲੇਕਿਨ ਇਹ ਕਿ ਉਹ ਮੰਤਰੀ ਬਣਾਇਆ ਕਿ ਨਹੀਂ, ਇਹ ਤਾਂ ਫਿਰ ਉਹ ਵੀ ਲੱਗ ਜਾਂਦਾ ਹੈਗਾ ਕਿ ਭਾਈ ਤੁਸੀਂ ਕਿਸੇ ਮਹਿਲਾ ਨੂੰ ਮੰਤਰੀ ਨਹੀਂ ਬਣਾਇਆਗਾ, ਠੀਕ ਹੈ। ਤਾਂ ਉਹ ਬਣਾਉਂਦੇ ਕਿਉਂ ਨਹੀਂ ਬਣਾਉਂਦੇ, ਜਾਂ ਕੀ ਕ੍ਰਾਈਟੇਰੀਆ ਰੱਖਦੇ ਹੈਗੇ ਹੈ ਕਿ ਵੀ ਉਹ ਤਜਰਬਾ ਦੇਖਦੇ ਆ, ਕਾਬਲੀਅਤ ਦੇਖਦੇ ਆ, ਕੀ ਕਰਦੇ, ਇਹ ਉਹਨਾਂ ਦਾ ਮਸਲਾ ਹੈਗਾ, ਠੀਕ ਹੈ। ਹਾਂ, ਅਸੀਂ ਇਸ ਤੇ ਗੱਲ ਕਰ ਸਕਦੇ ਹਾਂ, ਮਤਲਬ ਵੀ ਇੱਕ ਆਈਡੀਅਲਿਸਟਿਕ ਐਂਗਲ ਤੋਂ ਕਿ ਹੋਣਾ ਚਾਹੀਦਾ ਹੈ। ਚਲੋ ਇਹ ਸਵਾਲ ਪਤਾ ਕਿਉਂ, ਲੇਕਿਨ ਦੂਜੇ ਪਾਸੇ ਦੇਖ ਲਓ, ਦੂਜੇ ਪਾਸੇ ਹੁਣ ਇੱਕ ਚੀਜ਼ ਮੈਂ ਹੋਰ ਦੱਸਦਾ ਕਿ ਵੀ ਜੀ ਕੋਈ ਮਹਿਲਾ ਜਿਹੜੀ ਹੈ ਨਹੀਂ ਉਹਨਾਂ ਦੇ ਮੰਤਰੀ ਮੰਡਲ 'ਚ, ਪਰ ਦੂਜੇ ਪਾਸੇ ਐਤਕੀ ਐਮਸੀਡੀ ਦੀਆਂ ਚੋਣਾਂ ਦੇ ਵਿੱਚ 55% ਔਰਤਾਂ, ਮਹਿਲਾਵਾਂ ਉਮੀਦਵਾਰ ਬਣਾਈਆਂ ਆਮ ਆਦਮੀ ਪਾਰਟੀ ਨੇ, ਮੋਰ ਦੈਨ ਕਾਂਗਰਸ ਐਂਡ ਬੀਜੇਪੀ। ਦੇਖੋ ਜਿਹੜੀ ਪੋਲਿਟਿਕਸ ਹੈਗੀ ਨਾ, ਇਹ ਇੱਕ ਨਾ ਜਿਹਨੂੰ ਕਹਿੰਦੇ ਹੈਗੇ, ਇਹਦੇ ਵਿੱਚ ਬੈਲੈਂਸ ਕਰਨਾ ਪੈਂਦਾ, ਪ੍ਰੈਗਮੈਟਿਕ ਹੋਣਾ ਪੈਂਦਾ। ਜਿਹੜਾ ਕਾਂਗਰਸ ਸਵਾਲ ਕਰਦੀ ਹੈ ਕਿ ਬੀਜੇਪੀ ਦੀ ਬੀ ਟੀਮ ਹੈ, ਤੁਸੀਂ ਉਸ ਨਾਲ ਇਤਫਾਕ ਨਹੀਂ ਰੱਖਦੇ? ਇਹਦਾ ਤਾਜ਼ਾ ਮਿਸਾਲ ਤਾਂ ਮੈਂ ਤੁਹਾਨੂੰ ਹੁਣ ਆਹੀ ਦੇਖ ਲਓ, ਜਿਹੜਾ ਪਰਸੋਂ ਹਿਮਾਚਲ 'ਚ ਹੋਇਆ ਕਿ ਜੀ ਇਹ ਬੀਜੇਪੀ ਦੀ ਬੀ ਟੀਮ ਹੈ। ਕਾਂਗਰਸ ਕਹਿ ਰਹੀ ਸੀ ਨਾ ਬੀਜੇਪੀ ਦੀ ਬੀ ਟੀਮ, ਅੱਜ ਵੀ ਕਹਿ ਰਹੀ, ਕਿਉਂਕਿ ਉੱਥੋਂ ਭੱਜਿਆ ਮੈਦਾਨ ਛੱਡਿਆ ਬੀਜੇਪੀ ਨੂੰ ਫਾਇਦਾ ਦੇਣ ਵਾਸਤੇ। ਲੇਕਿਨ ਉੱਥੇ ਤਾਂ ਕਾਂਗਰਸ ਜਿੱਤ ਗਈ, ਇਹਨਾਂ ਦੇ ਭੱਜਣ ਦਾ ਫਾਇਦਾ ਤਾਂ ਕਾਂਗਰਸ ਨੂੰ ਹੋ ਗਿਆ ਉੱਥੇ। ਮੈਂ ਤੁਹਾਨੂੰ ਹੋਰ ਦੱਸਦਾ ਹੈਗਾ, ਗੁਜਰਾਤ 'ਚ ਕਿਤੇ ਹੋਰ, ਉੱਥੇ ਇਹਨਾਂ ਨੂੰ ਕਹਿੰਦੇ ਆ ਕਾਂਗਰਸ ਦੀ ਬੀ ਟੀਮ ਹੈ। ਚਲੋ ਮੈਂ ਇਹ ਫालतू ਦੇ ਇੱਕ ਹੁੰਦਾ ਨਾ ਇਲੈਕਸ਼ਨਾਂ ਦੇ ਦੌਰ 'ਚ, ਜਾਂ ਇਹ ਰਾਜਨੀਤਿਕ ਤੀਰ ਹੈਗੇ ਆ, ਚਲਾਈ ਚੱਲੋ, ਛੱਡੀ ਚੱਲੋ, ਦੂਜੇ ਨੂੰ ਨੀਵਾਂ ਦਿਖਾਉਣਾ ਹੈਗਾ, ਬਸ ਇਹੀ ਗੱਲ ਹੈਗੀ। ਮੈਂ ਕੁਝ ਆਖਰੀ ਸਵਾਲ ਕਰ ਰਿਹਾ। ਭਗਵੰਤ ਮਾਨ ਕਹਿੰਦੇ ਇੰਨੇ ਕੈਪੇਬਲ ਨਹੀਂ ਹੈਗੇ, ਅਰਵਿੰਦ ਕੇਜਰੀਵਾਲ ਹੀ ਇੱਥੋਂ ਦੀ ਸਰਕਾਰ ਚਲਾ ਰਹੇ ਆ, ਰਾਘਵ ਚੱਡਾ ਨੂੰ ਮੋਨੀਟਰ ਕਰਦੇ ਪਏ ਆ। ਇਸ ਗੱਲ ਵਿੱਚ ਕੋਈ ਸੱਚਾਈ ਹੈ? ਭਗਵੰਤ ਮਾਨ ਨੇ ਇਸ ਮੁੱਦੇ ਤੇ ਬਹੁਤ ਵਾਰ ਜਵਾਬ ਦਿੱਤਾ, ਉਹ ਕਹਿੰਦੇ ਸਿਰਫ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ, ਬਸ ਇਸ ਤੋਂ ਅੱਗੇ ਕੁਝ ਨਹੀਂ, ਸਰਕਾਰ ਮੈਂ ਹੀ ਚਲਾ ਰਿਹਾ। ਇੱਕ ਗੱਲ ਹੈਗੀ ਹੈ, ਅਸੀਂ ਤਾਂ ਮੀਡੀਆ 'ਚ ਵੀ ਆਇਆ ਬਹੁਤ ਦੂਰ, ਔਰ ਜ਼ਿਆਦਾਤਰ ਜਿਹੜਾ ਹੈਗਾ ਇਹ ਪ੍ਰਚਾਰ ਜਿਹੜਾ ਹੈ ਕੁਦਰਤੀ ਤੌਰ ਤੇ ਉਹ ਸ਼ਕਤੀਆਂ, ਉਹ ਪਾਰਟੀਆਂ ਜਿਨ੍ਹਾਂ ਨੂੰ ਇਹ ਬਹੁਤ ਮਤਲਬ ਵੀ ਰਾਤ ਦਿਨ ਬਹੁਤ ਔਖੇ ਹੈਗੇ ਵੀ ਇਹ ਆ ਕਿੱਥੋਂ ਗਏ ਹੈਗੇ, ਇਹ ਹੈ ਵੀ ਸਾਡਾ ਗਲਬਾ ਸੀ ਇੱਥੇ, ਅਸੀਂ ਤਾਂ ਵਾਰੀ ਬੰਨੀ ਹੋਈ ਸੀ, ਇਹ ਕਿੱਥੋਂ ਆ ਗਏ ਹੈਗੇ ਨੇ। ਫਿਰ ਉਹਨਾਂ ਦੇ ਜਿਹੜੇ ਸਿਧਾਂਤਕਾਰ ਹੈਗੇ ਨੇ ਬਹੁਤ ਸਾਰੇ, ਠੀਕ ਹੈ ਜੀ, ਉਹ ਵੀ ਫਿਰ ਇਹਨਾਂ 'ਚ ਚੁਣ ਕੇ ਦੇਖੋ। ਇੱਕ ਗੱਲ ਹੈ, ਸਾਨੂੰ ਬੜਾ ਲੈਟ ਅਸ ਬੀ ਓਨੈਸਟ, ਫੇਅਰ ਟੂ ਆਮ ਆਦਮੀ ਪਾਰਟੀ। ਆਪਾਂ ਭਗਵੰਤ ਮਾਨ ਦੇਖੋ, ਭਗਵੰਤ ਮਾਨ ਜਦੋਂ ਐਮਐਲਏ ਬਣਦੇ ਆ, ਇਹਨਾਂ ਦਾ ਕੋਈ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਨਹੀਂ ਹੈਗਾ, ਉਸ ਤੋਂ ਪਹਿਲਾਂ ਐਮਪੀ ਰਹੇ ਨੇ ਇਹ, ਠੀਕ ਹੈ। ਔਰ ਜਦੋਂ ਸੀਐਮ ਬਣਦੇ ਨੇ, ਉਹ ਐਮਐਲਏ ਬਣ ਕੇ ਜਾਂ ਮੰਤਰੀ ਨਹੀਂ ਬਣਦੇ, ਸਿੱਧਾ ਚੀਫ ਮਿਨਿਸਟਰ ਬਣਦੇ ਨੇ। ਔਰ ਚੀਫ ਮਿਨਿਸਟਰ ਦਾ ਜਿਹੜਾ ਹੈ, ਹੁਣ ਬਈ ਉਹਨੂੰ ਹੁਣ ਤੁਸੀਂ ਉਹਦੇ ਕਰਮ ਕਹਿ ਲਓ, ਉਹਦੀ ਕਿਸਮਤ ਕਹਿ ਲਓ, ਜਾਂ ਕੁਛ ਕਹਿ ਲਓ, ਉਹਦੇ ਪੱਲੇ ਉਹਦੇ ਹਿੱਸੇ ਆ ਗਿਆ, ਉਹਦੀ ਝੋਲੀ ਦੇ ਵਿੱਚ ਇਹ, ਉਹ ਹੁਣ ਮੁੱਖ ਮੰਤਰੀ ਹੈ। ਦੇਖੋ ਬਹੁਤ ਸਾਰੀਆਂ ਇਹੋ ਜਿਹੀਆਂ, ਸਾਡੇ ਗੁਆਂਢੀ ਹਰਿਆਣੇ ਦੇ ਵਿੱਚ ਜਿਹੜੇ ਮੁੱਖ ਮੰਤਰੀ ਐ ਇਸ ਵੇਲੇ ਸ਼੍ਰੀ ਮਨੋਹਰ ਲਾਲ ਜੀ, ਉਹ ਵੀ ਜ਼ਿੰਦਗੀ 'ਚ ਪਹਿਲੀ ਵਾਰੀ ਸਿੱਧੇ ਡਾਇਰੈਕਟ ਹੀ ਮੁੱਖ ਮੰਤਰੀ ਬਣੇ ਸੀਗੇ। ਤਾਂ ਦੇਖੋ ਜਿਹੜੀਆਂ ਸਰਕਾਰ ਹੈ ਨਾ, ਲੋਕ ਆਪਾਂ ਸਰਕਾਰ 6 ਮਹੀਨਿਆਂ ਵਾਸਤੇ ਤਾਂ ਨਹੀਂ ਬਣਾਉਂਦੇ ਨਾ, 8 ਮਹੀਨਿਆਂ ਦੀ, 50 ਸਾਲਾਂ ਵਾਸਤੇ ਹੈ ਨਾ।
ਤਾਂ ਇਹ ਉਹਨਾਂ ਦੀ ਕਾਬਲੀਅਤ ਤੇ ਵੀ ਮਨਸਰ ਕਰਦਾ ਹੈਗਾ ਕਿ ਬਈ ਉਹ ਆਪਣੇ ਆਪ ਨੂੰ ਕਿੰਨਾ ਕੁ ਐਕਸਪੀਰੀਅੰਸ ਗੇਨ ਕਰਦੇ ਨੇ, ਕਿੰਨਾ ਕੁ ਡਿਵੋਟ ਕਰਦੇ ਨੇ ਹੈਗੇ। ਕੋਈ ਜ਼ਰੂਰੀ ਨਹੀਂ ਹੁੰਦਾ ਤੁਸੀਂ ਇਹਨਾਂ ਇਲਜ਼ਾਮਾਂ ਨੂੰ ਖਾਰਿਜ ਕਰਦੇ ਹੋ? ਅਸੀਂ ਇੱਕ ਮਿੰਟ ਅਸੀਂ ਕਿੰਨੇ ਤਜਰਬੇਕਾਰ ਮੁੱਖ ਮੰਤਰੀ ਪੰਜਾਬ 'ਚ ਵੇਖ ਲਏ ਕਾਂਗਰਸ ਤੇ ਅਕਾਲੀਆਂ ਦੇ, ਹੋਇਆ ਕੀ? ਵਾਟ ਇਜ਼ ਬਿਨ ਦਾ ਪਰਫਾਰਮੈਂਸ ਗਰਾਊਂਡ ਦੇ ਉੱਤੇ? ਕੀ ਹੋਇਆ? ਕਿੱਡੇ ਤਜਰਬੇਕਾਰ ਸੀਗੇ। ਠੀਕ ਹੈ, ਹੁਣ ਮੈਂ ਚੱਲ ਛੋਟੀ ਜਿਹੀ ਗੱਲ ਹੋਰ ਕਰਦਾ ਕਿ ਜਿਹੜੇ ਇਹ ਕਹਿੰਦੇ ਨੇ ਜੀ ਉਹ ਅਰਵਿੰਦ ਕੇਜਰੀਵਾਲ ਮੋਨੀਟਰ ਕਰ ਰਹੇ ਨੇ ਤੇ ਉਹ ਦੂਸਰਾ, ਦੇਖੋ ਇਹ ਉਹਨਾਂ ਦੀ ਪਾਰਟੀ ਦਾ ਮਾਮਲਾ ਹੈ। ਦਿੱਲੀ ਤੋਂ ਪਾਰਟੀ ਪੈਦਾ ਹੋਈ, ਪਹਿਲੀ ਵਾਰੀ ਪੰਜਾਬ ਆ, ਇਹ ਫੁੱਲ ਫਲੈਸ਼ ਸਟੇਟ ਹੈਗੀ ਹੈ। ਠੀਕ ਹੈ, ਜੇ ਉਹਨਾਂ ਦਾ ਮੁੱਖ ਮੰਤਰੀ ਕੋਲੇ ਤਜਰਬਾ ਨਹੀਂ ਹੈਗਾਗਾ ਜਾਂ ਨੌਲੇਜ ਸ਼ੇਅਰਿੰਗ ਜਿਹਦੀ ਗੱਲ ਹੈ, ਜੇ ਹੋਵੇ ਤਾਂ ਪ੍ਰੋਬਲਮ ਕੀ ਹੈ? ਚਲੋ ਇੱਕ ਆਖਰੀ ਸਵਾਲ ਫੜੋ। ਅੱਜ ਕੱਲ ਜੁਆਇੰਟ ਵੈਂਚਰਸ ਬਿਜ਼ਨਸ ਛੋਟਾ ਜਵਾਬ ਪ੍ਰੋਬਲਮ ਕੀ? ਉਹਨਾਂ ਦੀ ਪਾਰਟੀ ਤੋਂ ਲੈ ਰਹੇ ਨੇ ਨਾ, ਕਿਸੇ ਹੋਰ ਦੁਸ਼ਮਣ ਦੇਸ਼ ਤੋਂ ਨਹੀਂ ਨਾ ਲੈ ਰਹੇ। ਛੋਟਾ ਜਵਾਬ ਦਿਓ। ਸਲਾਹ ਕੀ ਇਹ ਮੀਡੀਆ ਬਿਲਟ ਅਪ ਕਰਦਾ ਪਿਆ ਕਿ ਬੀਜੇਪੀ ਵਰਸਸ ਆਪ ਹੋਊਗਾ ਤੇ ਕਾਂਗਰਸ ਬਾਹਰ ਹੋ ਜਾਊਗੀ, ਜਾਂ ਇਹ ਗਰਾਊਂਡ ਤੇ ਕੁਝ ਹੈ? ਨਹੀਂ, ਇਹ ਗਰਾਊਂਡ ਤੇ ਹੈਗਾ। ਔਰ ਮੈਨੂੰ ਹੁਣ ਲੱਗ ਰਿਹਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਦੀ ਜਿਹੜੀ ਪਰਫਾਰਮੈਂਸ ਰਹੀ ਹੈਗੀ ਹੈ ਆਪਣਾ ਗੁਜਰਾਤ ਦੇ ਵਿੱਚ ਖਾਸ ਕਰਕੇ, ਔਰ ਉੱਥੇ ਵੀ ਦਿੱਲੀ ਦੇ ਵਿੱਚ, ਕਾਂਗਰਸ ਦੇਖੋ, ਕਾਂਗਰਸ ਬਹੁਤ ਵੱਡੀ ਪਾਰਟੀ ਹੈ। ਕਾਂਗਰਸ ਹਿੰਦੁਸਤਾਨ ਦੇ ਰਾਜਨੀਤਿਕ ਦ੍ਰਿਸ਼ ਦੇ ਉੱਤੇ ਮੈਂ ਅਕਸਰ ਕਹਿੰਦਾ ਇੱਕ ਸੱਚਾਈ ਹੈ। ਠੀਕ ਹੈ ਜੀ, ਇਹ ਰਹੂਗੀ, ਇਹਨੂੰ ਸੀਟਾਂ ਨਾ ਵੀ ਮਿਲਣ ਫਿਰ ਵੀ ਇਹ ਪਾਰਟੀ ਰਹੂਗੀ। ਲੇਕਿਨ ਕਾਂਗਰਸ ਦੇ ਮੈਂ ਦੱਸਦਾ ਕੀ ਹੈਗਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਇੱਕ ਨੈਸ਼ਨਲ ਪਾਰਟੀ ਦਾ ਹੁਣ ਦਰਜਾ ਉਹਨਾਂ ਨੂੰ ਮਿਲ ਗਿਆ ਹੈਗਾ। ਠੀਕ ਹੈ ਜੀ, ਤੁਸੀਂ ਦੇਖੋਗੇ ਇਸ ਵੇਲੇ 8 ਨੈਸ਼ਨਲ ਪਾਰਟੀਆਂ, ਮੈਂ ਪਹਿਲੀ ਵਾਰੀ ਇਹ ਗੱਲ ਕਰ ਰਿਹਾ ਇੱਥੇ, 8 ਨੈਸ਼ਨਲ ਪਾਰਟੀਆਂ ਹੈਗੀਆਂ। ਕਾਂਗਰਸ, ਬੀਜੇਪੀ ਮੇਨ ਪ੍ਰਮੁੱਖ ਹੈ ਜਿਨ੍ਹਾਂ ਦੀ ਪੈਨ ਇੰਡੀਆ ਹੈਗੀ, ਬਾਕੀ ਹੋਰ ਪਾਰਟੀਆਂ, ਉਹਨਾਂ ਦੇ ਵਿੱਚੋਂ ਘੱਟੋ ਘੱਟ 3 ਪਾਰਟੀਆਂ ਇਹੋ ਜਿਹੀਆਂ ਹੈਗੀਆਂ ਜਿਨ੍ਹਾਂ ਦੇ ਉੱਤੇ ਸਿਰ ਤੇ ਤਲਵਾਰ ਲਟਕਰੀ ਹੈਗੀ ਹੈ ਕਿ ਉਹਨਾਂ ਦੀ ਮਾਨਤਾ ਰੱਦ ਹੋ ਸਕਦੀ, ਕਿਉਂਕਿ ਉਹ ਸਾਰੇ ਕ੍ਰਾਈਟੇਰੀਆ ਹੈ ਜਿਹੜਾ ਇੱਕ ਨੈਸ਼ਨਲ ਪਾਰਟੀ ਦਾ ਸਟੇਟਸ ਮਿਲਣਾ ਹੁੰਦਾ ਹੈਗਾ, ਉਹ ਪੂਰਾ ਨਹੀਂ ਕਰ ਰਹੇ। ਉਹਦੇ 'ਚ CPI ਹੈਗੀ, ਉਹਦੇ 'ਚ TMC ਤ੍ਰਿਣਮੂਲ ਕਾਂਗਰਸ ਹੈਗੀ ਹੈ, ਔਰ ਉਹਦੇ 'ਚ ਨੈਸ਼ਨਲਿਸਟ ਕਾਂਗਰਸ ਪਾਰਟੀ ਸ਼ਰਦ ਪਵਾਰ ਵਾਲੀ ਹੈਗੀ ਹੈ। ਠੀਕ ਹੈ ਜੀ, ਔਰ ਉਹਦੇ ਤੇ ਡਿਸੀਜਨ ਇਲੈਕਸ਼ਨ ਕਮਿਸ਼ਨ ਦਾ ਹਜੇ ਪੈਂਡਿੰਗ ਹੈਗਾ। ਲੇਕਿਨ ਉਹ ਲੱਗ ਕੀ ਰਿਹਾ ਹੈਗਾ ਕਿ ਵੀ ਬਾਕੀ ਦੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਇੱਕ ਇਹੋ ਜਿਹੀ ਪਾਰਟੀ ਹੈਗੀ ਹੈ ਜਿਹੜੀ ਕਿ ਇਸ ਵੇਲੇ ਚਰਚਾ ਦੇ ਵਿੱਚ ਹੈਗੀ ਹੈ। ਔਰ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਦੂਜੀਆਂ ਖੇਤਰੀ ਪਾਰਟੀਆਂ ਜਦੋਂ ਉਹਨਾਂ ਦਾ ਮੁਕਾਬਲਾ ਹੋਇਆ ਚੋਣ ਅਖਾੜੇ ਦੇ ਵਿੱਚ ਕਾਂਗਰਸ ਦੇ ਨਾਲ, ਤਾਂ ਕਾਂਗਰਸ ਉਹਨਾਂ ਤੋਂ ਨਹੀਂ ਟੱਠੀ, ਉਹ ਆਮ ਆਦਮੀ ਪਾਰਟੀ ਤੋਂ ਚਿੱਤ ਹੋ ਰਹੀ ਹੈਗੀ ਹੈ। ਔਰ ਜਿਹੜਾ ਆਮ ਆਦਮੀ ਪਾਰਟੀ ਹੈ ਉਹ ਲੱਗ ਰਿਹਾ ਹੈਗਾ ਕਿ ਜਿਵੇਂ ਉਹ ਕਾਂਗਰਸ ਨੂੰ ਰਿਪਲੇਸ ਕਰੇਗੀ। ਲੇਕਿਨ ਮੈਂ ਨਹੀਂ ਸਮਝਦਾ ਕਿ ਉਹ 2027 ਚ ਹੋਏਗਾ। ਠੀਕ ਹੈ ਜੀ, ਜਾਂ 2024 ਚ, ਹਾਂ 2029 ਚ ਕੁਝ ਹੋ ਸਕਦਾ। ਬਹੁਤ ਧੰਨਵਾਦ ਰਾਜੂ ਵਿਲੀਅਮ ਤੁਹਾਡਾ, ਤੁਸੀਂ ਵਕਤ ਕੱਢਿਆ। ਇਹ ਸਨ ਰਾਜੂ ਵਿਲੀਅਮ, ਸੀਨੀਅਰ ਪੱਤਰਕਾਰ ਨੇ। ਤੇ ਰਾਜੂ ਵਿਲੀਅਮ ਹੋਰਾਂ ਤੋਂ ਇੱਕ ਸਵਾਲ ਸਾਡਾ ਰਹਿੰਦਾ, ਉਹ ਅੰਨਾ ਹਜ਼ਾਰੇ ਅੰਦੋਲਨ ਕਿੰਨੇ ਖੜਾ ਕੀਤਾ ਤੇ ਉੱਥੋਂ ਇਹ ਸਾਰੀ ਪਾਰਟੀ ਕਿਵੇਂ ਨਿਕਲੀ? ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਕਵਰ ਕੀਤਾ ਲਗਾਤਾਰ ਤਕਰੀਬਨ 1 ਦਹਾਕੇ ਤੋਂ, ਇਸ ਲਈ ਇਹਨਾਂ ਤੋਂ ਸਵਾਲ ਪੁੱਛਣੇ ਸਮਝਣੇ ਲਾਜ਼ਮੀ ਸੀਗੇ। ਪਰ ਦੇਸ਼ ਦੀ ਸਿਆਸਤ ਦੇ ਵਿੱਚ ਬਾਕੀ ਪਾਰਟੀਆਂ ਕੀ ਕਰ ਰਹੀਆਂ ਨੇ ਉਹਨਾਂ ਦੀ ਚਰਚਾ ਫਿਰ ਕਦੇ ਹੋਵੇਗੀ। ਬਹੁਤ ਧੰਨਵਾਦ।